Praise the Lord. Praise the Lord. Last week we learnt about Sabbath, how it is not relevant to us. ਪਿਛਲੇ ਹਫਤੇ ਅਸੀਂ ਸਬਤ ਦੇ ਬਾਰੇ ਦੇਖਿਆ ਸੀ ਕਿ ਕਿਵੇਂ ਸਾਡੇ ਵਾਸਤੇ ਇਹਦੀ ਜ਼ਰੂਰਤ ਨਹੀਂ ਹੈ। Today we are going to learn about the Lord's Day. ਅੱਜ ਅਸੀਂ ਪਰਮੇਸ਼ਵਰ ਦੇ ਦਿਨ ਦੇ ਬਾਰੇ ਗੱਲ ਕਰਾਂਗੇ। The world calls it Sunday, the Bible calls it the Lord's Day. ਲੋਕ ਇਹਨੂੰ ਸੰਡੇ ਕਹਿੰਦੇ ਨੇ, ਪਰਮੇਸ਼ਵਰ ਦਾ ਵਚਨ ਇਹਨੂੰ ਪਰਮੇਸ਼ਵਰ ਦਾ ਦਿਨ ਕਹਿੰਦੇ ਨੇ। I want to talk today about the importance of the Lord's Day. ਅੱਜ ਮੈਂ ਤੁਹਾਡੇ ਨਾਲ ਪਰਮੇਸ਼ਵਰ ਦੇ ਦਿਨ ਦੀ ਖਾਸੀਅਤ ਦੇ ਬਾਰੇ ਗੱਲ The ਕਰਾਂਗਾ। title today, the Lord's Day matters. ਅੱਜ ਦਾ ਜਿਹੜਾ ਸ਼ੀਰਸ਼ਕ ਹੈ ਕਿ ਪਰਮੇਸ਼ਵਰ ਦਾ ਦਿਨ ਮਹੱਤਵਪੂਰਨ ਹੈ। Let us review briefly about last week. ਪਿਛਲੇ ਹਫਤੇ ਦਾ ਆਪਾਂ ਦੇਖਾਂਗੇ। Last week we learnt about the seventh day observance in Genesis and Exodus. ਅਸੀਂ ਉਤਪੱਤੀ ਦੀ ਪੁਸਤਕ ਤੇ ਆਪਣਾ ਨਿਰਗਮਨ ਦੀ ਪੁਸਤਕ ਦੇਖਿਆ ਸੀ 7 ਦਿਨਾਂ ਦੇ ਬਾਰੇ। Then we saw that Sabbath has no relevance to us as New Testament Christians. ਤੇ ਦੇਖਿਆ ਸੀ ਕਿ ਅਸੀਂ ਕਿਉਂਕਿ ਨਵੇਂ ਨਿਯਮ ਦੇ ਆਪਣਾ ਮਸੀਹ ਹੈਗੇ ਆ, ਇਸ ਕਰਕੇ ਸਾਡੇ ਵਾਸਤੇ ਸਬਤ ਦੀ ਕੋਈ ਵਿਸ਼ੇਸ਼ਤਾ ਨਹੀਂ। Colossians 2:16 Paul says, ਕਲੋਸੀਅਨ 2:16 ਚ ਪੌਲ ਕਹਿੰਦਾ, "Let no man therefore judge you in meat or in drink or in respect of a holy day or of the new moon or of the Sabbath days." इसलिए खाने पीने व पर्व या नई चांद या सप्तों के विषय में तुम्हारा कोई फैसला ना करे। There is no more Sabbath days for us. ਸਾਡੇ ਵਾਸਤੇ ਕੋਈ ਸਬਤ ਦਾ ਦਿਨ ਨਹੀਂ ਹੈਗਾ। We are not under the law. ਅਸੀਂ ਕਾਨੂੰਨ ਦੇ ਵਿਵਸਥਾ ਦੇ ਅੰਦਰ ਨਹੀਂ ਹੈਗੇ। It is no longer necessary to celebrate the festivals under the law. ਇਸ ਕਰਕੇ ਵਿਵਸਥਾ ਦੇ ਥੱਲੇ ਸਾਨੂੰ ਕੋਈ ਜਿਹੜਾ ਪਰਵ ਮਨਾਉਣ ਦੀ ਜ਼ਰੂਰਤ ਨਹੀਂ। When we go back all the way to Genesis 2, ਅਸੀਂ ਜਦੋਂ ਉਤਪੱਤੀ ਦੇ ਆਪਣਾ ਦੂਸਰੇ ਅਧਿਆਇ ਜਾਂਦੇ ਆ, we saw that God blessed the seventh day. ਅਸੀਂ ਦੇਖਿਆ ਪਰਮੇਸ਼ਵਰ ਨੇ 7ਵੇਂ ਦਿਨ ਨੂੰ ਆਸ਼ੀਸ਼ ਦਿੱਤੀ। He blessed it because he rested after creating the world in 6 days, 6 24-hour days. ਤੇ ਉਹਨਾਂ ਨੇ 7ਵੇਂ ਦਿਨ ਨੂੰ ਆਸ਼ੀਸ਼ ਦਿੱਤੀ ਕਿਉਂਕਿ ਉਸ ਤੋਂ ਪਹਿਲੇ ਦੇ ਦਿਨ ਵਿੱਚ ਉਹਨਾਂ ਨੇ ਪਰਮੇਸ਼ਵਰ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ। It was a day when he sat back and looked at the perfect creation which he had created. ਉਹ ਦਿਨ ਸੀਗਾ ਜਦੋਂ ਉਹਨੇ ਬੈਠ ਕੇ ਪਰਮੇਸ਼ਵਰ ਨੇ ਜੋ ਵੀ ਕੁਝ ਉਹਨਾਂ ਨੇ ਬਣਾਇਆ ਸੀ ਉਹਦੀ ਖੂਬਸੂਰਤੀ ਨੂੰ ਦੇਖਿਆ। Nothing was said about man resting in Genesis. ਉਤਪੱਤੀ ਦੀ ਪੁਸਤਕ ਹੀ ਕਿਧਰੇ ਵੀ ਇਨਸਾਨ ਦੇ ਵਿਸ਼ਰਾਮ ਦੇ ਬਾਰੇ ਗੱਲ ਨਹੀਂ ਹੈ। It was not a day designed for man to rest. ਉਹ ਦਿਨ ਕੋਈ ਇਸ ਤਰ੍ਹਾਂ ਬਣਾਇਆ ਨਹੀਂ ਗਿਆ ਜਦੋਂ ਇਨਸਾਨ ਵਿਸ਼ਰਾਮ ਕਰੇ। You see, that time he was created in the image of God and he had not sinned. So he was in a permanent rest. ਉਸ ਤੱਕ ਤੇ ਉਹਨੇ ਕੋਈ ਗੁਨਾਹ ਨਹੀਂ ਕੀਤਾ ਸੀ, ਇਸ ਕਰਕੇ ਪਰਮੇਸ਼ਵਰ ਦੀ ਛਵੀ ਸੀਗਾ, ਇਸ ਕਰਕੇ ਉਹ ਖੁਦ ਪੂਰੇ ਵਿਸ਼ਰਾਮ ਹੀ ਸੀਗਾ। Till Genesis 3rd chapter, he was in total rest. ਉਤਪੱਤੀ ਦੇ 3ਵੇਂ ਅਧਿਆਇ ਤੱਕ ਜਿਹੜਾ ਆਦਮ ਸੀਗਾ ਉਹ ਪੂਰੇ ਵਿਸ਼ਰਾਮ ਹੀ ਸੀਗਾ। Before he sinned, man was in communion with God. ਇਸ ਤੋਂ ਪਹਿਲੇ ਕਿ ਉਹਨੇ ਗੁਨਾਹ ਕੀਤਾ, ਉਹ ਇਨਸਾਨ ਪਰਮੇਸ਼ਵਰ ਦੇ ਨਾਲ ਸਹਿਭਾਗੀਤਾ ਸੀ। Nothing, made him tired ਕੋਈ ਚੀਜ਼ ਉਹਨੂੰ ਥਕਾਉਂਦੀ ਨਹੀਂ ਸੀ because he possessed eternal life. ਕਿਉਂਕਿ ਉਹਦਾ ਅਬਦੀ ਜੀਵਨ ਸੀ। But seventh day came when he fell. ਪਰ ਜਦੋਂ ਉਹ ਗਿਰਿਆ ਉਦੋਂ 7ਵਾਂ ਦਿਨ ਆਇਆ। So before that, on the seventh day, the day was to sit back and enjoy the creation that God has created. ਕਿਉਂਕਿ ਉਸ ਤੋਂ ਪਹਿਲੇ 7ਵਾਂ ਦਿਨ ਜਿਹੜਾ ਹੈਗਾ ਸੀ ਉਹ ਸਿਰਫ ਬੈਠ ਕੇ ਪਰਮੇਸ਼ਵਰ ਨੇ ਜਿਹੜੀ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ ਉਹਦਾ ਆਨੰਦ ਦਾ ਦਿਨ ਸੀ। Every Saturday we have to sit back and think about the creation of God. ਹਰ ਸ਼ਨੀਵਾਰ ਨੂੰ ਸਾਨੂੰ ਚਾਹੀਦਾ ਹੈ ਕਿ ਅਸੀਂ ਬੈਠ ਕੇ ਪਰਮੇਸ਼ਵਰ ਦੀ ਰਚਨਾ ਦਾ ਆਨੰਦ ਕਰੀਏ। The entire universe. ਪੂਰਾ ਬ੍ਰਹਮੰਡ। We have to look at the stars, at the galaxies and just rejoice in the creation of God. ਅਸੀਂ ਤਾਰੇ ਦੇਖੀਏ, ਜਿਹੜੀ ਗੈਲੈਕਸੀਜ਼ ਬਣਾਈਆਂ ਨੇ ਉਹ ਦੇਖੀਏ ਤੇ ਪਰਮੇਸ਼ਵਰ ਦੀ ਰਚਨਾ ਦਾ ਅਸੀਂ ਆਨੰਦ ਮਨਾਈਏ। In church history, that's how Saturday was treated. ਚਰਚ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਸ਼ਨੀਵਾਰ ਮਨਾਇਆ ਜਾਂਦਾ ਸੀ। Now we have a 5-day week. ਹੁਣ ਅੱਜ ਕੱਲ੍ਹ ਸਾਡਾ 5 ਦਿਨ ਦਾ ਸਪਤਾਹ ਹੁੰਦਾ ਕੰਮ ਦਾ। Saturday we should take it as a day to enjoy the creation of God. ਇਸ ਕਰਕੇ ਜਿਹੜਾ ਸ਼ਨੀਵਾਰ ਦਾ ਦਿਨ ਹੈਗਾ ਉਹ ਸਾਨੂੰ ਪਰਮੇਸ਼ਵਰ ਦੀ ਸ੍ਰਿਸ਼ਟੀ ਦਾ ਆਨੰਦ ਲੈਣਾ ਚਾਹੀਦਾ। It is not a day of worship, it is a day of recreation. ਇਹ ਉਹ ਆਰਾਧਨਾ ਦਾ ਦਿਨ ਨਹੀਂ ਹੈ, ਰਚਨਾ ਦਾ ਦਿਨ ਹੈ। It is a day to enjoy the creation of God.
ਉਹ ਇਹ ਦਿਨ ਹੈਗਾ ਜਦੋਂ ਅਸੀਂ ਪਰਮੇਸ਼ਵਰ ਦੀ ਸ੍ਰਿਸ਼ਟੀ ਦਾ ਆਨੰਦ ਮਨਾਉਂਦੇ ਆ। We work in the yard, in the garden. ਅਸੀਂ ਬਾਹਰ ਆਪਣੇ ਬਗੀਚੇ 'ਚ ਕੰਮ ਕਰਦੇ ਆ We go outside and go to the parks. ਤੇ ਅਸੀਂ ਬਾਹਰ ਪਾਰਕਾਂ 'ਚ ਜਾਂਦੇ ਆ। We take a trip. ਅਸੀਂ ਇੱਕ ਯਾਤਰਾ ਛੋਟਾ ਟ੍ਰਿਪ ਲੈਂਦੇ ਆ। We have to delight ourselves in God as the Creator. ਅਸੀਂ ਪਰਮੇਸ਼ਵਰ ਨੇ ਜੋ ਰਚਨਾ ਕੀਤੀ ਹੈ ਉਹਦੇ ਆਨੰਦ ਮਨਾਉਂਦੇ ਆ। We saw the Sabbath day was a day to compare your life to the law of God. ਅਸੀਂ ਦੇਖਿਆ ਜਿਹੜਾ ਸਬਤ ਦਾ ਦਿਨ ਹੈਗਾ ਉਹ ਆਪਣੇ ਜੀਵਨ ਨੂੰ ਪਰਮੇਸ਼ਵਰ ਦੀ ਵਿਵਸਥਾ ਨਾਲ ਤੁਲਨਾ ਕਰਨ ਦਾ ਦਿਨ ਹੈ। There were many rules and regulations and laws to follow. ਬਹੁਤ ਸਾਰੇ ਕਾਇਦੇ ਕਾਨੂੰਨਾਂ ਦਾ ਪਾਲਨ ਕਰਨਾ ਜ਼ਰੂਰੀ ਸੀ। But Lord Jesus came. ਪ੍ਰਭੂ ਯਿਸੂ ਮਸੀਹ ਆਏ, He died on the cross. ਉਹਨਾਂ ਨੇ ਸਰੀਰ ਤੇ ਜਾਨ He ਦਿੱਤੀ, redeemed us. ਉਹਨਾਂ ਨੇ ਸਾਨੂੰ ਛੁਟਕਾਰਾ He ਦਿੱਤਾ, ended the Sabbath. ਉਹਨਾਂ ਨੇ ਸਬਤ ਨੂੰ ਸਮਾਪਤ ਕੀਤਾ। All the rituals associated with the law, ਜਿਹੜੇ ਵੀ ਵਿਵਸਥਾ ਨਾਲ ਰੀਤੀ ਰਿਵਾਜ ਸੀ, because He fulfilled the law. ਕਿਉਂਕਿ ਉਹਨਾਂ ਨੇ ਵਿਵਸਥਾ ਨੂੰ ਪਾਲਨ ਸੰਪੂਰਨ ਕੀਤਾ। And when He is in us, it is like we have fulfilled the law. ਕਿਉਂਕਿ ਉਹ ਸਾਡੇ ਵਿੱਚ ਵਾਸ ਕਰਦੇ ਨੇ, ਐਸ ਕਰਕੇ ਇਸ ਤਰ੍ਹਾਂ ਜਿਵੇਂ ਅਸੀਂ ਉਹ ਸਾਰੇ ਪੂਰੇ ਕੀਤੇ। He is the mediator of a new covenant, the Bible says. ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਉਹ ਨਵੇਂ ਅਹਿਦ ਦੇ ਵਿਚੋਲੇ ਹੈਗੇ ਨੇ। Now the new covenant has its own day. ਹੁਣ ਨਵੇਂ ਨਿਯਮ ਦਾ ਆਪਣਾ ਦਿਨ ਹੈਗਾ, It is called the first day of the week. ਜਿਹਨੂੰ ਪਹਿਲਾ ਹਫਤੇ ਦਾ ਪਹਿਲਾ ਦਿਨ ਕਹਿੰਦੇ ਆ। There is a scriptural basis for it. ਪਰਮੇਸ਼ਵਰ ਦੇ ਵਚਨ ਦਾ ਆਧਾਰ ਹੈਗਾ। I want to show you. ਦਿਖਾਣਾ ਚਾਹਨਾ, I want to lay the foundation, the fundamental foundation of this truth, so it will be established in your minds. ਮੈਂ ਇਸ ਚੀਜ਼ ਦੀ ਨੀਂਵ ਨੂੰ ਸਿਧਾਂਤ ਨਾਲ ਰੱਖਣਾ ਚਾਹਨਾ ਤਾਂ ਕਿ ਤੁਹਾਡੇ ਦਿਮਾਗ ਵਿੱਚ ਰਵੇ, So that we will recognize the importance of the first day of the week. ਤਾਈਓ ਅਸੀਂ ਜਿਹੜਾ ਹਫਤੇ ਦਾ ਪਹਿਲਾ ਦਿਨ ਹੈਗਾ ਉਹਦੇ ਮਹੱਤਵ ਨੂੰ ਸਮਝ ਸਕਾਂਗੇ। The importance of meeting together on the first day of the week. ਕੀ ਖਾਸ ਕਾਰਨ ਹੈਗਾ ਕਿ ਅਸੀਂ ਹਫਤੇ ਦੇ ਪਹਿਲੇ ਦਿਨ ਸਾਰੇ ਮੇਲ ਕਰਨੇ ਆ। Let us turn to Matthew 28. ਮਤੀ 28। We are going to read large portions of scripture today because without that you will not understand the context. So please bear with us and follow us as we read God's word. ਅਸੀਂ ਪਰਮੇਸ਼ਵਰ ਦੇ ਵਚਨ ਨੂੰ ਅੱਜ ਥੋੜਾ ਜ਼ਿਆਦਾ ਪੜਾਂਗੇ ਤਾਂ ਕਿ ਉਹਦਾ ਆਧਾਰ ਸਮਝ ਸਕੀਏ ਅਸੀਂ। We start from the first verse of Matthew 28. ਮਤੀ 28 ਦਾ ਪਹਿਲਾ। In the end of the Sabbath, as it began to dawn towards the first day of the week, came Mary Magdalene and the other Mary to see the sepulchre. This is where, Lord Jesus was buried. He has been buried from Friday to now the Sunday morning. They came to look at this grave and they were concerned about the body of Lord Jesus and they were wondering how it is being treated. सबत के दिन के बाद सप्ताह के पहले दिन वह फटते ही मरियम मगदलीनी और दोनों मरियम कब्र को देखने आए, क्योंकि प्रभु यीशु मसीह शुक्रवार दफनाए गए सी। ऐस करके इतवार ਨੂੰ ਦੋਨੋਂ ਮਰੀਮ ਮੈਗਦਲੀਨੀ ਤੇ ਮਰੀਮ ਪਰਮੇਸ਼ਵਰ ਯਿਸੂ ਮਸੀਹ ਦੀ ਕਬਰ ਤੇ ਪਹੁੰਚੇ ਦੇਖਣ ਵਾਸਤੇ। Second verse, and behold, there was a great earthquake, for the angel of the Lord descended from heaven and came back and rolled back the stone from the door and sat upon it. His countenance was like lightning and his raiment white as snow. And for fear of him the keepers did shake and became as dead men. And the angel answered and said unto the woman, Fear not ye, for I know that ye seek Jesus, which was crucified. He is not here, for he is risen. And he said, Come, see the place where the Lord lay. And go quickly and tell his disciples that he is risen from the dead. And behold, he goeth before you into Galilee. There shall ye see him. Lo, I have told you. And they departed quickly from the sepulchre for fear and great joy, and did run to bring disciples his word. And as they went to tell his disciples, behold, Jesus met them. As they were on their way, Jesus met them, saying, All hail. And they came and held him by his feet and worshipped him. और देखो एक बड़ा भूडोल हुआ, क्योंकि परमेश्वर का एक दूत स्वर्ग से उतरा और पास आकर उसने पत्थर को लुढ़का दिया और उस पर बैठ गया। उसका रूप बिजली का सा और उसके वस्त्र पाले के नाई उज्ज्वल थे। उसके भय से पैरुए कांप उठे और मृतक समान हो गए। स्वर्गदूत ने स्त्री को कहा कि मत डरो, मैं जानता हूँ कि तुम यीशु को जो क्रूस पर चढ़ाया गया था ढूंढती हो। वह यहाँ नहीं है, परंतु अपने वचन के अनुसार जी उठा है। आओ यह स्थान देखें
जहाँ प्रभु पड़ा है, और शीघ्र जाकर उसके चेलों से कहो कि वह मृतकों में से जी उठा है, और वह तुमसे पहले गलील को जाता है, वहाँ उसका दर्शन पाओगे। देखो, मैंने तुमसे कह दिया। और वे भय और बड़े आनंद के साथ कब्र से शीघ्र लौटकर चेलों को समाचार देने के लिए दौड़ गई। और देखो, यीशु उनको मिला और कहा, सलाम। और उन्होंने पास आकर और उसके पांव पकड़कर उसको दंडवत किया। That was the first worship of the New Testament age. ਇਹ ਜਿਹੜਾ ਸੀਗਾ ਪਹਿਲੀ ਆਰਾਧਨਾ ਸੀ ਜਿਹੜੀ ਕਿ ਨਵੇਂ ਸਮੇਂ ਦੀ ਸੀ। The New Testament became the new covenant came into effect when Lord Jesus died for the covenant. ਜਿਹੜਾ ਪਹਿਲਾ ਅਹਿਦ ਉਦੋਂ ਹੋਇਆ ਜਦੋਂ ਪ੍ਰਭੂ ਯਿਸੂ ਨੇ ਪਹਿਲੇ ਅਹਿਦ ਕਾਰਨ ਆਪਣਾ ਜੀਵਨ ਦਿੱਤਾ। This first worship was held on Sunday morning. ਇਹ ਜਿਹੜੀ ਪਹਿਲੀ ਆਪਣਾ ਆਰਾਧਨਾ ਸੀਗੀ ਇਹ ਰਵੀਵਾਰ ਨੂੰ ਸਵੇਰੇ ਹੋਈ। Before this, there was no importance for Sunday. ਇਸ ਤੋਂ ਪਹਿਲੇ ਇਤਵਾਰ ਦਾ ਕੋਈ ਮਹੱਤਵ ਨਹੀਂ ਸੀ। There is only one event in the Jewish calendar that is prominent, but we will come to it a little later. ਯਹੂਦੀਆਂ ਦੇ ਕੈਲੰਡਰ ਵਿੱਚ ਇੱਕੋ ਵਾਰੀ ਇਹਦੇ ਬਾਰੇ ਵਿਖਿਆਨ ਹੈਗਾ, ਇਹਦੇ ਬਾਰੇ ਬਾਅਦ ਦੀ ਗੱਲ ਕਰਾਂਗੇ। Sunday was like any other day. ਸੰਡੇ ਕਿਸੇ ਵੀ ਦਿਨ ਤਰ੍ਹਾਂ ਹੁੰਦਾ ਸੀ। It did not hold any significance ਉਹਦੀ ਕੋਈ ਖਾਸੀਅਤ ਨਹੀਂ ਸੀ until the resurrection of Lord Jesus Christ. ਜਿਸ ਤਰ੍ਹਾਂ ਕਿ ਪ੍ਰਭੂ ਯਿਸੂ ਮਸੀਹ ਮੁਰਦਿਆਂ ਚੋਂ ਜੀ ਉਠੇ। It was God who decided that Lord Jesus will rise on Sunday. ਇਹ ਪਰਮੇਸ਼ਵਰ ਨੇ ਫੈਸਲਾ ਕੀਤਾ ਕਿ ਪ੍ਰਭੂ ਯਿਸੂ ਮਸੀਹ ਰਵੀਵਾਰ ਨੂੰ ਮੁਰਦਿਆਂ ਚੋਂ ਜੀ ਉਠਣਗੇ। God decided he'll be 3 days, 3 nights in the grave. ਪਰਮੇਸ਼ਵਰ ਨੇ ਫੈਸਲਾ ਕੀਤਾ ਕਿ ਉਹ 3 ਦਿਨ 3 ਰਾਤ ਕਬਰ 'ਚ ਰਹਿਣਗੇ। But when he rose, it will be a Sunday. ਪਰ ਜਦੋਂ ਜੀ ਉਠਣਗੇ ਉਹ ਰਵੀਵਾਰ ਹੋਏਗਾ। You know, we are going to look at the whole event in like a 4 dimension with the 4 Gospels. ਅਸੀਂ ਇਹਨੂੰ 4 ਜਿਹੜੇ ਗੋਸਪਲ ਹੈਗੇ ਨੇ ਉਹਨਾਂ ਵਿੱਚ 4 ਦ੍ਰਿਸ਼ਟੀਕੋਣ ਨਾਲ ਦੇਖਾਂਗੇ। Let us turn to Luke 23. ਲੂਕ 23 ਦੇਖਾਂਗੇ। You see, they mentions these women brought spices to anoint the body of Lord Jesus Christ. ਇੱਥੇ ਦੁਬਾਰਾ ਕਿਹਾ ਗਿਆ ਕਿ ਔਰਤਾਂ ਪ੍ਰਭੂ ਯਿਸੂ ਮਸੀਹ ਦੀ ਦੇਹ ਤੇ ਸੁਗੰਧਿਤ ਇਤਰ ਲਗਾਉਣ ਆਈਆਂ। They didn't come on Saturday, that is the Sabbath. ਉਹ ਸ਼ਨੀਵਾਰ ਨਹੀਂ ਆਈਆਂ ਸਬਤ ਦੇ ਦਿਨ। Luke 23 verse 56 says, and they returned and prepared spices and ointments and rested the Sabbath day according to the commandment. लूका 23:56 कहता है, और लौट कर सुगंधित वस्तुओं को इत्र तैयार किया और शबत के दिन जो उन्होंने आज्ञा के अनुसार विश्राम किया। The first believers still followed the Sabbath. ਜਿਹੜੇ ਪਹਿਲੇ ਵਿਸ਼ਵਾਸੀ ਸੀ ਉਹਨਾਂ ਨੇ ਸ਼ਬਤ ਦਾ ਪਾਲਣਾ ਕੀਤੀ। But Luke 24:1, ਲੂਕ 24:1, now upon the first day of the week, very early in the morning, they came to the sepulchre bringing spices which they had prepared and certain others with them. The angels were sitting on the tombstone, and they were afraid and bowed their faces to the earth. They said unto them, why seek ye the living among the dead? He is not here, but is risen. Remember how he spake unto you when he was yet in Galilee, saying, the Son of Man must be delivered into hands of sinful men and be crucified, the third day rise again. And they remembered his words, and returned from the sepulchre, and told all these things unto the 11 and all the rest. It was Mary Magdalene, and Joanna, and Mary the mother of James, and the other women which were with them, which told these things unto the apostles. And their words seemed to them as idle tales, and they believed them not. And Peter arose and ran to the sepulchre, stooping down. He beheld the linen clothes laid by themselves, and departed, wondering in himself at that which was come to pass. लूका 24:1-12, परंतु सप्ताह के पहले दिन बड़े भोर को वह उन सुगंधित वस्तुओं को जो उन्होंने तैयार की थी लेकर कब्र पर आई, और उन्होंने पत्थर को कब्र पर से लुढ़का हुआ पाया, और भीतर जाकर प्रभु यीशु मसीह की लोथ ना पाई। जब वह इस बात से भौचक्की हो रही थी, तो देखो 2 पुरुष झलकते वस्त्र पहने हुए उनके पास सा खड़े हुए। जब वह डर गई और धरती की ओर मुंह झुकाए रही, तो उन्होंने उससे कहा, तुम जीवितों को मरे हुओं में क्यों ढूंढती हो? वह यहाँ नहीं है, परंतु जी उठा है। स्मरण करो कि उसने गलील में रहते हुए तुमसे कहा था कि अवश्य है
कि मनुष्य का पुत्र पापियों के हाथ पकड़वाया जाए और क्रूस पर चढ़ाया जाए और तीसरे दिन जी उठे। तब उसकी बात उनको स्मरण आई और कब्र से लौटकर उन्होंने उन 11 को और उन सब को ये बातें कह सुनाई। जिन्होंने प्रेरितों से ये बातें कही वे मरियम मगदलीनी और योना और याकूब की माता मरियम और उसके साथ की और स्त्रियां भी थी। परंतु उनकी बातें उन्हें कहानी सी समझ पड़ी और उन्होंने उनकी प्रतीति ना की। तब पतरस उठकर कब्र पर दौड़ गया और झुककर केवल कपड़े पड़े देखे और जो हुआ था उससे चंबा करता हुआ अपने घर चला गया। It's more information about the first day of the week. ਅਤੇ ਬਹੁਤ ਸਾਰੀ ਆਪਾਂ ਨੂੰ ਚੀਜ਼ਾਂ ਦੱਸੀਆਂ ਗਈਆਂ ਨੇ ਸਪਤਾਹ ਦੇ ਬਾਰੇ। ਪਹਿਲੇ ਦਿਨ It was the first day of, it was Sunday. ਰਵੀਵਾਰ ਸੀ। The Lord came out of the grave. ਪ੍ਰਭੂ ਕਬਰ ਚੋਂ ਬਾਹਰ ਆ ਗਏ। He had risen. ਉਹ ਜੀ ਉੱਠੇ। He was alive. ਉਹ ਜ਼ਿੰਦਾ ਸੀ। He was raised for our justification. ਉਹ ਸਾਡੀ ਆਪਣਾ ਜਸਟੀਫਿਕੇਸ਼ਨ ਵਾਸਤੇ ਜ਼ਿੰਦਾ ਹੋਏ। He conquered sin and death. ਉਹਨਾਂ ਨੇ ਮੌਤ ਤੇ ਪਾਪ ਤੇ ਵਿਜੇ ਪਾਈ। He had borne our sins on his body. ਉਹਨਾਂ ਨੇ ਆਪਣੇ ਸਰੀਰ ਤੇ ਸਾਡੇ ਪਾਪਾਂ ਨੂੰ ਲਿਆ। But triumphantly he rose on Sunday morning. ਇਸ ਕਰਕੇ ਵਿਜੇਈ ਹੋ ਕੇ ਉਹ ਰਵੀਵਾਰ ਨੂੰ ਜੀ ਉੱਠੇ। You will see that this became the New Testament day. ਤੁਸੀਂ ਦੇਖੋਗੇ ਇਹ ਨਵੇਂ ਨਿਯਮ ਦਾ ਦਿਨ ਬਣਿਆ। You see, on Saturday, the Sabbath day, he was still in the grave. ਸ਼ਨੀਵਾਰ ਨੂੰ ਕਬਰ ਵਿੱਚ ਸੀਗੇ ਉਹ। Actually, this is the death of Sabbath, if you ask me. ਜੇ ਮੈਨੂੰ ਪੁੱਛੋ ਤੇ ਸਬਤ ਦੀ ਇਹ ਮੌਤ ਸੀਗੀ। When Lord Jesus died, Sabbath also died. ਜਦੋਂ ਪ੍ਰਭੂ ਯਿਸੂ ਮਸੀਹ ਨੇ ਆਪਣੀ ਜਾਨ ਛੋੜੀ ਉਦੋਂ ਸਬਤ ਖਤਮ ਹੋ ਗਿਆ। When Lord Jesus rose, ਜਦੋਂ ਪ੍ਰਭੂ ਯਿਸੂ ਮਸੀਹ ਜੀ ਉਠੇ, new dawn, it is the New Testament day. ਉਹ ਨਵੀਂ ਸਵੇਰ ਤੇ ਨਵਾਂ ਨਿਯਮ ਦਾ ਦਿਨ ਸੀ। Because if you don't concentrate, you will not understand that day was the busiest day in the record of the New Testament. ਜੇ ਆਪਾਂ ਦੇਖੀਏ ਤੇ ਉਹ ਜਿਹੜਾ ਦਿਨ ਸੀਗਾ ਉਹ ਸਭ ਤੋਂ ਵਿਅਸਤ ਦਿਨ ਸੀਗਾ ਨਵੇਂ ਨਿਯਮ ਵਿੱਚ। Let us follow the events of the day. ਆਪਾਂ ਦਿਨ ਦੇ ਆਪਣਾ ਚੀਜ਼ਾਂ ਨੂੰ ਦੇਖਨੇ ਆ। We saw the women held his feet and worshipped him. That was the first worship. ਅਸੀਂ ਦੇਖਿਆ ਸੀ ਔਰਤਾਂ ਨੇ ਉਹਨਾਂ ਦੇ ਚਰਨਾਂ ਨੂੰ ਪਕੜ ਕੇ ਆਰਾਧਨਾ ਕੀਤੀ, ਉਹ ਪਹਿਲੀ ਆਰਾਧਨਾ ਸੀ। But more things happened that day. ਪਰ ਹੋਰ ਚੀਜ਼ਾਂ ਹੋਈਆਂ। It was a little later in the day. ਉਸ ਦਿਨ ਤੋਂ ਥੋੜੇ ਸਮੇਂ 'ਚ Luke 24, 13 words onwards, 13 to 27. ਲੂਕਾ 24:13 ਤੋਂ 27 ਕਹਿੰਦਾ ਹੈ। Two disciples, they are not among the 11 apostles, because one guy's name is Cleophas and we don't know the name of the other. They went same day to the village called Emmaus, which was from Jerusalem about 60 furlongs. You can say 60 furlongs is 60 furlongs, is about 12 kilometers. And they talked together of these things which had happened. And it came to pass, while they communed together and reasoned, Jesus himself drew near and went with them. And their eyes were holden that they could not know him. And said unto them, What manner of communications are these that ye have one to another as ye walk and are sad? And one of them, whose name was Cleophas, answering said unto him, Art thou the only stranger in Jerusalem? And hast thou not known the things which are come to pass there in these days? And he said unto them, What things? And they said unto him, concerning Jesus of Nazareth, which was a prophet, mighty in deed and word before God and all the people. And how the chief priests and our rulers delivered him to be condemned to death and have crucified him. But we trusted that it had been he which should have redeemed Israel. And beside all this, today is the third day since these things were done. And yet certain women also of our company made us astonished, which were early at the sepulchre. And when they found not his body, they came saying that they also had seen a vision of angels which said he was alive. And certain of them which were with us went to the sepulchre and found it even so as the women had said. But him they saw not. And he said unto them, O fools, slow of heart, believe all that slow of heart to believe all the prophets have spoken. Ought not Christ to have suffered these things and to enter into his glory?
And beginning from Moses and all the prophets, he expounded unto them all the scriptures, the things concerning himself. लूका 24 13 तो 27। और देखो उसी दिन उनमें से 2 जन इस्माउस नाम एक गांव में जा रहे थे जो यरूशलेम से कोई 7 मील की दूरी पर था, और वे इन सब बातों पर जो हुई थी आपस में बातचीत करते जा रहे थे। और जब वे आपस में बातचीत और पूछताछ कर रहे थे तो यीशु आप पास आकर उनके साथ हो लिया, परंतु उनकी आंखें इसलिए बंद की गई थी कि वो उसे पहचान ना सके। उसने उनसे पूछा, क्या ये बातें हैं जो तुम चलते चलते आपस में करते हो? वे उदास से खड़े रह गए। यह सुनकर उसने तिफनुस नाम एक व्यक्ति से कहा, क्या तू यरूशलेम में अकेला परदेसी है जो नहीं जानता कि इन दिनों में उसमें क्या क्या हुआ है? उसने उनसे पूछा, कौन सी बातें? उन्होंने उससे कहा, यीशु नासरी के विषय में जो परमेश्वर और सब लोगों के निकट काम और वचन में सामर्थी भविष्यवक्ता था, और महायाजकों और हमारे सरदार ने उसे पकड़वा दिया कि उस पर मृत्यु की आज्ञा दी जाए और उसे क्रूस पर चढ़वाया। परंतु हमें आशा थी कि यही इज़राइल को छुटकारा देगा। और इन सब बातों के सिवाय इस घटना को हुए 3रा दिन है, और हम में से कई स्त्रियों ने भी हमें आश्चर्य में डाल दिया जो भोर को कब्र पर गई थी, और जब उसकी लोथ ना पाई तो कहती हुई आई, हमने स्वर्गदूतों का दर्शन पाया जिन्होंने कहा कि वह जीवित है। तब हमारे साथियों में से कई एक कब्र पर गए, जैसा स्त्रियों ने कहा था वैसा ही पाया, परंतु उसको ना देखा। तब उसने उनको कहा, हे निर्बुद्धियों और भविष्यवक्ताओं की सब बातों पर विश्वास करने में मंदमतियों, क्या अवश्य ना था कि यीशु ये दुख उठाकर अपनी महिमा में प्रवेश करे? तब उसने मूसा से और सब भविष्यवक्ताओं से आरंभ करके सारे पवित्र शास्त्र में से अपने विषय में की बातों का अर्थ उन्हें समझा दिया। He was telling them, haven't you read the prophets? उन्होंने प्रभु यीशु मसीह ने क्या ਤੁਸੀਂ ਭਵਿष्यवक्ताਵਾਂ ਦੀ ਗੱਲਾਂ ਨਹੀਂ Have you ਸੁਣੀਆਂ? not read Isaiah? ਤਾਂ ਕਿਆ ਤੁਸੀਂ ਏਜ਼ਾਇਆ ਨਹੀਂ ਪੜਿਆ? Don't you realize what is said in the Psalms? ਜੋ ਭਜਨ ਸੰਗੀਤਾ 'ਚ ਕਿਹਾ ਗਿਆ That the Messiah is going to die, ਕਿ ਜਿਹੜਾ ਮਸਾਇਆ ਹੈਗਾ ਉਹ ਮ੍ਰਿਤੂ ਜੋ ਹੋਏਗੀ ਉਹਦੀ, but his body will not be corrupted. ਪਰ ਉਹਦੀ ਜਿਹੜੀ ਦੇਹ ਹੈਗੀ ਏ ਉਹ ਖਰਾਬ ਨਹੀਂ ਹੋਏਗੀ, He will come out of the grave. ਉਹ ਕਬਰ ਤੋਂ ਬਾਹਰ ਆਣਗੇ। Don't you know Isaiah says he was wounded for our transgressions and bruised for our iniquities? ਕਿਆ ਤੁਹਾਨੂੰ ਨਹੀਂ ਪਤਾ ਈਸਾਇਆ ਲਿਖਿਆ ਹੈਗਾ ਕਿ ਉਹ ਸਾਡੇ ਪਾਪਾਂ ਦੇ ਕਾਰਨ ਉਹਨਾਂ ਤੇ ਫਟਕਾਰ ਹੋਈ, And by his stripes you are healed. ਤੇ ਉਹਦੇ ਕੋੜੇ ਖਾਣ ਨਾਲ ਅਸੀਂ ਚੰਗਿਆਈ ਪਾਈ। Do you not remember that Messiah had to suffer before he enters glory? ਤੁਹਾਨੂੰ ਨਹੀਂ ਪਤਾ ਲਿਖਿਆ ਕਿ ਜਿਹੜਾ ਮਸਾਇਆ ਹੈਗਾ ਉਹ ਤਕਲੀਫ ਪਾਏਗਾ ਇਸ ਤੋਂ ਪਹਿਲੇ ਕਿ ਮਹਿਮਾ 'ਚ ਜਾਏ। The first sermon of Sunday of the New Testament age ਇਹ ਪਹਿਲਾ ਆਪਣਾ ਪ੍ਰਚਾਰ ਸੀਗਾ ਜਿਹੜਾ ਕਿ ਨਵੇਂ ਨਿਯਮ ਦਾ ਇਤਵਾਰ ਨੂੰ ਦਿੱਤਾ was ਗਿਆ, preached on the first day of the week. ਜਿਹੜਾ ਜਿੰਦਾ ਪ੍ਰਚਾਰ ਪਹਿਲੇ ਹਫਤੇ ਦੇ ਰਵੀਵਾਰ ਕੀਤਾ ਗਿਆ। From then on, all of us have been following that. ਉਸ ਤੋਂ ਲੈ ਕੇ ਅੱਜ ਤੱਕ ਅਸੀਂ ਸਾਰੇ ਉਹਦੇ ਪਾਲਣਾ ਕਰ ਰਹੇ It ਹਾਂ। was an expository sermon, it expounded the scriptures. ਉਹ ਜਿਹੜਾ ਪ੍ਰਚਾਰ ਸੀਗਾ ਉਹਨੇ ਸਾਰੇ ਪਰਮੇਸ਼ਵਰ ਦੇ ਵਚਨ ਨੂੰ ਜ਼ਾਹਰ ਕੀਤਾ। The Lord Jesus opened the scripture ਪ੍ਰਭੂ ਯੀਸ਼ੂ ਮਸੀਹ ਨੇ ਵਚਨ ਸੁਣਾਇਆ and explained to them ਤੇ ਉਹਨਾਂ ਨੂੰ ਬਿਆਨ ਕੀਤਾ that it was such a wonderful day. ਕਿ ਉਹ ਅਦਭੁਤ ਦਿਨ ਹੈਗਾ। Morning there was worship, ਸਵੇਰੇ ਆਰਾਧਨਾ ਹੋਈ, and later in the day, now Lord Jesus is preaching the sermon. ਹੁਣ ਪ੍ਰਭੂ ਯੀਸ਼ੂ ਮਸੀਹ ਪ੍ਰਚਾਰ ਕਰ ਰਹੇ ਨੇ। It is another day. I mean, it was a service of explanation of scripture. ਇਹ ਜਿਹੜਾ ਹੈਗਾ ਪਰਮੇਸ਼ਵਰ ਦੇ ਵਚਨ ਖੋਲ ਕੇ ਬਿਆਨ ਕੀਤਾ ਗਿਆ। He set the pattern for us preachers. ਉਹਨਾਂ ਨੇ ਸਾਡੇ ਵਾਸਤੇ ਇੱਕ ਰਸਤਾ ਦਿਖ ਬਣਾਇਆ। It was morning on Sunday. ਰਵੀਵਾਰ ਨੂੰ ਸਵੇਰੇ The Lord is risen. ਪਰਮੇਸ਼ਵਰ ਜੀ ਉਠੇ, The Lord is alive. ਪਰਮੇਸ਼ਵਰ ਜ਼ਿੰਦਾ ਨੇ। Preaches his first Sunday sermon.
ਤੇ ਉਹਨਾਂ ਨੇ ਪਹਿਲਾ ਪ੍ਰਚਾਰ ਕੀਤਾ। And then we continue from verse 28. ਫਿਰ ਆਪਾਂ 28 ਤੋਂ ਅੱਗੇ ਦੇਖਨੇ ਆ। And they drew nigh unto the village whither they went, and he made as though he would have gone further. But they constrained him, Abide with us, for it is toward evening, and the day is far spent. And he went in to tarry with them. And it came to pass, as he sat at meat with them, he took bread, blessed it, brake, and gave it to them. And their eyes were opened, they knew him, and he vanished out of their sight. And they said one to another, Did not our heart burn within us while he talked with us by the way, and while he opened the scriptures, opened to us the scriptures? इतने में वे उस गांव में जा पहुंचे जहां वे जा रहे थे, और उसके ढंग में ऐसा जान पड़ा कि वे आगे बढ़ना चाहता है, परंतु उन्होंने यह कहकर उसे रोका कि हमारे साथ रह, क्योंकि संध्या हो चली है और दिन अब तक ढल गया है। तब वह उनके साथ रहने के लिए भीतर गया। जब वह उनके साथ भोजन करने बैठा तो उसने रोटी लेकर धन्यवाद दिया और उसे तोड़कर उन्हें देने लगा। तब उनकी आंखें खुल गई और उन्होंने उसे पहचान लिया, और वह उनकी आंखों से छिप गया। उन्होंने आपस में कहा, जब वह मार्ग में हमसे बातें करता था और पवित्र शास्त्र का अर्थ समझाता था, तो क्या हमारे मन में उत्तेजना ना उत्पन्न हुई थी? That's what every faithful preacher does. They open the scriptures for their hearers. ਐਸਲੀ ਹਰ ਜਿਹੜਾ ਵਿਸ਼ਵਾਸਯੋਗ ਪ੍ਰਚਾਰਕ ਹੈਗਾ ਉਹ ਪਰਮੇਸ਼ਵਰ ਦੇ ਵਚਨ ਨੂੰ ਖੋਲ ਕੇ ਸਮਝਾਉਂਦਾ ਹੈ। Extraordinary afternoon service. ਅਦਭੁਤ ਸੰਧਿਆ ਦੀ ਜਿਹੜੀ ਹੈਗੀ ਹੈ, Only 2 people were there. ਸਿਰਫ 2 ਲੋਕ ਸੀਗੇ। Morning worship, afternoon service. ਸਵੇਰੇ ਆਰਾਧਨਾ ਹੋਈ ਤੇ ਦੁਪਹਿਰ ਤੋਂ ਬਾਅਦ ਪ੍ਰਚਾਰ ਸੀ। That is not all of it. Let us just read from verse 33. ਸਭ ਕੁਝ ਨਹੀਂ ਹੈਗਾ, ਪਰ 33 ਤੋਂ ਅੱਗੇ ਪੜਾਂਗੇ। You see, no sooner had Lord Jesus left, these guys did not want to stay in Emmaus, they wanted to come back. ਜਦੋਂ ਪ੍ਰਭੂ ਯਿਸੂ ਮਸੀਹ ਆਪਣਾ ਉਧਰੋਂ ਚਲੇ ਗਏ ਤੇ ਉਹ ਦੋਨੋਂ ਲੋਕ ਜਿਹੜੇ ਕਿ ਇਮਾਸ ਨਹੀਂ ਰਹਿਣਾ ਚਾਹੁੰਦੇ ਸੀ, ਉਹ ਵਾਪਸ ਆ ਗਏ। Saying, The Lord is indeed risen and has appeared unto Simon. I missed the 33rd verse. And they rose up the same hour and returned to Jerusalem, and found the 11 gathered together, and them that were with them, saying, The Lord is risen indeed and hath appeared to Simon. And they told what things were done in the way, and how he was known to them in breaking of bread. And as they spake, Jesus himself stood in the midst of them and said unto them, Peace be unto you. But they were terrified and affrighted, and supposed they had seen a spirit. And he said unto them, Why are ye troubled? And why do thoughts arise in your hearts? Behold my hands and my feet, that is, I myself, handle me and see, for a spirit hath not flesh and bones, as ye see me have. And when he had thus spoken, he showed them his hands and his feet. And while they yet believed not for joy and wondered, he said unto them, Have ye here any meat? And they gave him a piece of broiled fish and of an honeycomb. He took it and did eat before them. And he said unto them, These are the words which I spake unto you while I was yet with you, that all things must be fulfilled which are written in the law of Moses, and in the prophets, and in the Psalms concerning me. And then opened he their understanding, that they might understand the scriptures. And he said unto them, Thus it is written, thus it is behoved Christ to suffer, and to rise from the dead the third day. And that repentance and remission of sins should be preached in his name among all nations, beginning at Jerusalem. And ye are witnesses of these things. And behold, I send the promise of my Father upon you, but tarry ye in the city of Jerusalem, until ye be endued with power from on high. वे उसी घड़ी उठकर यरूशलेम को लौट गए और उन 11 और उसके साथियों को इकट्ठा पाया। वे कहते थे, प्रभु सचमुच जी उठा है और शमौन को दिखाई दिया है। तब उन्होंने मार्ग की बातें उन्होंने बता दी, और यह भी कि उन्होंने उसे रोटी तोड़ते समय क्यों कर पहचाना। वे ये सब बातें कह ही रहे थे कि वह आप ही उनके बीच में आ खड़ा हुआ और उनसे कहा, तुम्हें शांति मिले। परंतु वे घबरा गए और डर गए और समझे कि हम किसी भूत को देखते हैं।
उसने उनसे कहा, क्यों घबराते हो और तुम्हारा मन में क्यों संदेह उठते हैं? मेरे हाथ और मेरे पैर को देखो, मैं वही हूँ। मुझे छू कर देखो, क्योंकि आत्मा की हड्डी मांस नहीं होता, जैसा मुझ में देखते हो। यह कहकर उसने उन्हें अपने हाथ पांव दिखाए। जब आनंद के मारे उनको प्रतीति ना हुई और आश्चर्य करते थे, तो उसने उनसे पूछा, क्या यहाँ तुम्हारे पास कुछ भोजन है? उन्होंने उसे भुनी मछली का टुकड़ा दिया। उसने लेकर उनके सामने खाया। फिर उसने उनसे कहा, ये मेरी वे बातें हैं जो मैंने तुम्हारे साथ रहते हुए तुमसे कही थी, कि आवश्यक है कि जिन बातें मूसा की व्यवस्था और भविष्यवक्ताओं के और भजनों की पुस्तकों में मेरे विषय में लिखी हैं, सब पूरी हों। तब उसने पवित्र शास्त्र बूझने के लिए उनकी समझ खोल दी और उनसे कहा, यूं लिखा है कि मसीह दुख उठाएगा और तीसरे दिन मरे हुओं में से जी उठेगा, और यरूशलेम से लेकर सब जातियों में मन फिराव का और पापों की क्षमा का प्रचार उसी के नाम से किया जाएगा। तुम इन सब बातों के गवाह हो। और देखो, जिसकी प्रतिज्ञा मेरे पिता ने की थी, मैं उसको तुम पर उतारूंगा, और जब तक स्वर्ग से समर्थ ना पाओ, तब तक तुम इसी नगर में ठहरे रहो। This is how the first Sunday ended. इस तरह रविवार का दिन खत्म होया। Early morning started with worship. सवेरे आराधना, Second, on the road to Emmaus, फिर Lord Jesus preached his expository sermon. फिर प्रभु यीशु मसीह ने एमास दे रस्ते विच अपना प्रचार किया। It continued in the upper room. ते वो ऊपरले अपना जरा जगह सीगी उस तक चलता रहा। The Lord explained to the 11 about the scriptures. ते परमेश्वर ने 11 ਨੂੰ परमेश्वर ਦਾ वचन ਦਾ ਗਿਆਨ ਦਿੱਤਾ। He gave them understanding of scriptures. ਉਹਨਾਂ ਨੇ वचन ਦੀ ਸਮਝ ਦਿੱਤੀ। Are you noticing the pattern, my dear brothers and sisters? क्या ਤੁਸੀਂ ਪੈਟਰਨ ਦੇਖ ਪਾ ਰਹੇ ਹੋ? The understanding comes when He opens your mind to the scriptures. ਸਮਝ ਉਦੋਂ ਹੀ ਆਂਦੀ ਹੈ ਜਦੋਂ ਪਰਮੇਸ਼ਵਰ ਤੁਹਾਡੀ ਬੁੱਧੀ ਨੂੰ ਖੋਲਦੇ ਨੇ। It is the preacher is preaching, but the understanding comes from Lord Jesus Christ, and now in our case from the Holy Spirit. ਜਦੋਂ ਪ੍ਰਚਾਰਕ ਪ੍ਰਚਾਰ ਕਰ ਰਿਹਾ ਹੈ ਤੇ ਜਿਹੜਾ ਪਰ ਗਿਆਨ ਹੈਗਾ ਉਹ ਪਰਮੇਸ਼ਵਰ ਤੋਂ ਆਂਦਾ ਹੈਗਾ, ਸਾਡੇ ਕੇਸ ਵਿੱਚ ਪਵਿੱਤਰ ਆਤਮਾ And ਤੋਂ। not only that, ਇਹੋ ਨਹੀਂ, He gives them the Great Commission ਉਹਨਾਂ ਨੂੰ ਇੱਕ ਉਹਨਾਂ ਨੇ ਵੱਡਾ ਕੰਮ ਦਿੱਤਾ that they should go into all the nations and preach the gospel. ਕਿ ਉਹ ਸਾਰੇ ਆਪਣਾ ਦੇਸ਼ਾਂ 'ਚ ਜਾਣ ਤੇ ਵਚਨ ਦਾ ਪ੍ਰਚਾਰ ਕਰਨ। The message of repentance and forgiveness of sins. ਪਾਪਾਂ ਦੀ ਮਾਫੀ ਤੇ ਪਛਤਾਵੇ ਦਾ ਪ੍ਰਚਾਰ Start in Jerusalem, ਜਰੂਸਲਮ ਤੋਂ ਸ਼ੁਰੂ ਹੋਇਆ, then go to the world. ਫਿਰ ਸੰਸਾਰ ਜਾਓ। But before you go, wait on the Holy Spirit. ਪਰ ਜਾਣ ਤੋਂ ਪਹਿਲੇ ਪਵਿੱਤਰ ਆਤਮਾ ਦਾ ਇੰਤਜ਼ਾਰ ਕਰੋ। What a great Sunday! ਕਿਆ ਅਦਭੁਤ ਰਵਿਵਾਰ। It was the launch of the New Testament day. ਇਹ ਨਵੇਂ ਨਿਯਮ ਨੂੰ ਉਹਨਾਂ ਨੇ ਸ਼ੁਰੂਆਤ ਕੀਤੀ। Lord Jesus came that evening and taught the disciples on scripture, commissioned them and promised the Holy Spirit. ਉਸ ਦਿਨ ਪ੍ਰਭੂ ਯੀਸ਼ੂ ਮਸੀਹ ਨੇ ਪਹਿਲੇ ਚੇਲਿਆਂ ਨੂੰ ਪ੍ਰਚਾਰ ਕੀਤਾ, ਫਿਰ ਉਹਨਾਂ ਨੂੰ ਵੱਡਾ ਕਮਿਸ਼ਨ ਦਾ ਬਾਰੇ ਦੱਸਿਆ ਤੇ ਫਿਰ ਪਵਿੱਤਰ ਆਤਮਾ ਨੂੰ ਰੁਕਣ ਬਾਰੇ ਕਿਹਾ। All gospel writers write about this first day. ਸਾਰੇ ਗੋਸਪਲ ਦੇ ਜਿਹੜੇ ਲੇਖਕ ਹੈਗੇ ਨੇ ਉਹ ਇਸ ਦਿਨ ਦੀ ਗੱਲ ਲਿਖਦੇ ਨੇ। Mark also writes about it. ਮਰਕਸ ਨੇ ਵੀ ਲਿਖਿਆ। In 16:2 he says, at very early in the morning, the first day of the week, they came unto the sepulchre at the rising of the sun. मरकस 16:2 के अंदर, और सप्ताह के पहले दिन बड़ी भोर जब सूरज निकला ही था वे कब्र पर आई। And I'm going to say something now in a few verses in John which will seal the foundation of the first day being the day, it's the Lord's day. ਹੁਣ ਮੈਂ ਤੁਹਾਨੂੰ ਉਹ ਗੱਲਾਂ ਕਵਾਂਗਾ ਜਿਹੜੇ ਕਿ ਜਿਹੜਾ ਪਰਮੇਸ਼ਵਰ ਦਾ ਦਿਨ ਹੈਗਾ ਰਵੀਵਾਰ, ਉਹਦੀ ਜਿਹੜੀ ਪੂਰੀ ਆਪਣਾ ਬੇਸ ਹੈਗਾ ਉਹ ਤੁਹਾਨੂੰ ਸਮਝਾਏਗਾ। John 21, John talks about the same thing. ਯੋਹੰਨਾ 20 ਦਾ ਇਹੀਓ ਕਹਿੰਦਾ ਹੈ। The first day of the week comes Mary Magdalene early when it was yet dark unto the sepulchre and seeth the stone taken away from the sepulchre. सप्ताह के पहले दिन मरियम मगदलीनी भोर को अंधेरा रहते हुए कब्र पर आई और
पत्थर को कब्र से हटा हुआ If देखा। you read the rest, a few more verses, it says how John writes about the first day of the week, and he and Peter come running to the sepulchre. ਫਿਰ ਯੋਹੰਨਾ ਜਿਹੜਾ ਹੈਗਾ ਅਗਲੇ ਵਰਸੇ ਲਿਖਦਾ ਹੈਗਾ ਕਿ ਕਿਵੇਂ ਆਪਣਾ ਯੋਹੰਨਾ ਤੇ ਪਤਰਸ ਉਹ ਕਬਰ ਤਰਫ ਦੌੜ ਕਰ ਗਏ। And then he talks about the Sunday night, ਫਿਰ ਉਹ ਰਵੀਵਾਰ ਰਾਤ ਦੀ ਗੱਲ ਕਰਦਾ ਹੈ। 2019. 20 ਦਾ 19 ਤੋਂ The same day at the evening, the first day of the week, when the doors were shut, where the disciples were assembled for fear of the Jews, came Jesus and stood in the midst and said unto them, Peace be unto you. And you know, the doors, windows cannot stop him, walls cannot stop him. He will just walk through them. He said, Peace be with you. You know, they were a little bit, shocked and surprised. He showed them his hands and his side, if you remember that. But Thomas, one of the 12 called Didymus, was not with them when Lord Jesus came. That's what happens to people who don't go to church every Sunday. उसी दिन जो सप्ताह का पहला दिन था, संध्या के समय जब वहाँ के द्वार जहाँ चेले थे यहूदियों के डर के मारे बंद थे, तब यीशु आया और बीच में खड़ा कर उनसे कहने लगा, तुम्हें शांति मिले। और यह कहकर उसने अपना हाथ और अपना पंजर उनको दिखाया। तब चेले यीशु को देख के आनंदित हुए। यीशु ने फिर उनसे कहा, तुम्हें शांति मिले। जैसा पिता ने मुझे भेजा है वैसे मैं भी तुम्हें भेजता हूँ। But read the next verse. Thomas, one of the 12 called Didymus, was not with them. ओके 8 दिन के जब वह चेलों उसके चेले फिर बट दैट इज जॉन 20:26 Yeah, but before that, there is one verse which says, I didn't write down the verse, but Thomas, the Didymus, called Didymus, was not with them. ਜਿਹੜਾ ਥੋਮਾ ਸੀਗਾ ਜਿਹਦਾ ਨਾਮ ਡਿਡਿਜ਼ਮਸ ਵੀ ਕਹਾਇਆ ਜਾਂਦਾ ਹੈ, ਉਹ ਉਸ ਟਾਈਮ ਚੇਲਿਆਂ ਦੇ ਨਾਲ ਨਹੀਂ ਸੀਗਾ। This is what happens if you don't go to church on Sunday. ਇਹ ਹੁੰਦਾ ਉਹਨਾਂ ਲੋਕਾਂ ਦੇ ਨਾਲ ਵੀ ਜਿਹੜੇ ਰਵੀਵਾਰ ਨੂੰ ਕਲੀਸਿਆ ਇਕੱਠੇ ਨਹੀਂ ਹੁੰਦੇ। Sunday or the Lord's Day is Lord Jesus' day. ਰਵੀਵਾਰ ਜਿਹੜਾ ਕਿ ਆਪਣਾ ਪਰਮੇਸ਼ਵਰ ਦਾ ਦਿਨ ਹੈਗਾ, ਉਹ ਪ੍ਰਭੂ ਯਿਸੂ ਮਸੀਹ ਦਾ ਦਿਨ ਹੈ। You don't come to church to look at each other. ਅਸੀਂ ਕਲੀਸਿਆ ਲੋਕਾਂ ਨੂੰ ਦੇਖਣ ਨਹੀਂ You ਆਉਂਦੇ। come to honor Him on His day. ਅਸੀਂ ਪ੍ਰਭੂ ਦਾ ਸਨਮਾਨ ਕਰਨ ਆਉਂਦੇ ਆ ਉਹਨਾਂ ਦੇ ਦਿਨ ਵਿੱਚ। Christmas Day is not His day. ਕ੍ਰਿਸਮਸ ਉਹਨਾਂ ਦਾ ਦਿਨ ਨਹੀਂ ਹੈਗਾ। First day of the week is His day. ਹਫਤੇ ਦਾ ਪਹਿਲਾ ਦਿਨ ਉਹਨਾਂ ਦਾ ਦਿਨ ਹੈ। Thomas was missing, so he missed the meeting with Lord Jesus Christ. ਕਿਉਂਕਿ ਥੋਮਾ ਉੱਥੇ ਉਸ ਦਿਨ ਨਹੀਂ ਸੀਗਾ, ਇਸ ਕਰਕੇ ਪਰਮੇਸ਼ਵਰ ਦੇ ਨਾਲ ਜਿਹੜੀ ਉਹ ਮੁਲਾਕਾਤ ਸੀ ਉਹ ਰਹਿ ਗਿਆ। John 20:21, then said Jesus to them again, Peace be unto you. As my Father hath sent me, even so I send you. Here is the great commission. And when he had said that, he breathed on them and saith unto them, Receive ye the Holy Spirit. 21, 22. Yeah, go ahead. यीशु ने उनसे कहा, तुम्हें शांति मिले। जैसे पिता ने मुझे भेजा है वैसे ही मैं भी तुम्हें भेजता हूँ। यह कहकर उसने उन पर फूंका और उनसे कहा, पवित्र आत्मा लो। He promised them the Holy Spirit. ਉਹਨਾਂ ਨੇ ਉਨ ਚੇਲਿਆਂ ਨੂੰ ਪਵਿੱਤਰ ਆਤਮਾ ਦਾ ਵਾਅਦਾ ਕੀਤਾ। He is commissioning them to go in for the Great Commission. ਉਹਨਾਂ ਨੇ ਉਹਨਾਂ ਚੇਲਿਆਂ ਨੂੰ ਤਿਆਰ ਕੀਤਾ ਵੱਡੇ ਕੰਮ ਵਾਸਤੇ। By breathing on them, He is giving the promise of what is going to come. ਉਹਨਾਂ ਨੇ ਆਪਣਾ ਸਵਾਸ ਉਹਨਾਂ ਦੇ ਦਿੱਤਾ ਤਾਂ ਕਿ ਸੰਕੇਤ ਦਿੱਤਾ ਵੀ ਆਉਣ ਵਾਲੇ ਸਮੇਂ 'ਚ ਕੀ ਹੋਏਗਾ। 23rd verse is very interesting. 23ਵਾਂ ਬੜਾ ਜ਼ਰੂਰੀ ਹੈ। Whosoever sins, ye remit, they are remitted unto them. Whosoever sins, ye retain, they are retained. जिनके पाप तुम क्षमा करो वे उनके लिए क्षमा किए गए हैं, और जिनके तुम रखो वे रखे गए हैं। Here is the Savior's promise. ਇੱਥੇ ਬਚਾਉਣ ਵਾਲੇ ਦਾ ਵਾਅਦਾ ਹੈਗਾ, The promise of the Holy Spirit. ਪਵਿੱਤਰ ਆਤਮਾ ਦਾ ਵਾਅਦਾ। But they would go boldly to declare with certainty the sinner's forgiveness. ਉਹ ਪੂਰੇ ਵਿਸ਼ਵਾਸ ਦੇ ਨਾਲ ਜਾਣਗੇ ਕਿ ਜਿਹੜਾ ਪਾਪੀ ਹੈਗਾ ਉਹਨਾਂ ਉੱਪਰ ਉਹਨੂੰ ਮਾਫੀ ਹੈ। Depending on whether they believed the gospel or not.
ਇਸ ਚੀਜ਼ ਤੇ ਨਿਰਭਰ ਕਰਦਾ ਹੈ ਕਿ ਕਿਆ ਉਹ ਵਚਨ ਨੂੰ ਮੰਨਦੇ ਨੇ। They could tell all the nations of the world ਉਹ ਸਾਰੇ ਦੇਸ਼ਾਂ ਦੱਸ ਸਕਦੇ ਨੇ that, repentance is available and forgiveness is available. ਕਿ ਪਛਤਾਵਾ ਤੇ ਮਾਫੀ ਸਾਰਿਆਂ ਵਾਸਤੇ ਹੈਗੇ ਨੇ। If you come to Christ, repent and receive Him as your Savior. ਕਿ ਤੁਸੀਂ ਪ੍ਰਭੂ ਯਿਸੂ ਮਸੀਹ ਕੋਲ ਆ ਕੇ ਪਛਤਾਵਾ ਕਰੋ ਤੇ ਉਹਨੂੰ ਆਪਣਾ ਮੁਕਤੀਦਾਤਾ ਸਵੀਕਾਰ Your ਕਰੋ, sins will be forgiven. ਤੁਹਾਡੇ ਗੁਨਾਹ ਮਾਫ ਕੀਤੇ If you ਜਾਣਗੇ। don't, your sin will be retained. ਜੇ ਨਹੀਂ ਤੇ ਤੁਹਾਡੇ ਪਾਪ ਤੁਹਾਡੇ ਤੇ ਰਹਿਣਗੇ। What a New Testament day launch it was. ਕਿੰਨਾ ਅਦਭੁਤ ਨਵੇਂ ਰਵੀਵਾਰ ਦਾ ਦਿਨ ਦਿੱਤਾ ਗਿਆ। It started early morning even while it was dark. ਉਹ ਸਵੇਰ ਸਵੇਰੇ ਸ਼ੁਰੂ ਹੋਇਆ ਜਦੋਂ ਜੇ ਅੰਧੇਰਾ ਸੀ। And Lord Jesus is risen. ਤੇ ਪ੍ਰਭੂ ਯਿਸੂ ਮਸੀਹ ਜੀ ਉਠੇ। He appears Sunday morning. ਉਹ ਰਵੀਵਾਰ ਸਵੇਰੇ ਮਿਲਦੇ ਨੇ। He appears noon. ਦੁਪਹਿਰ ਨੂੰ ਨਜ਼ਰ ਆਉਂਦੇ ਨੇ। He appears in the night. ਰਾਤ ਨੂੰ ਨਜ਼ਰ ਆਉਂਦੇ ਨੇ। He worked a full day. ਉਹਨਾਂ ਨੇ ਸਾਰਾ ਦਿਨ ਕੰਮ ਕੀਤਾ। The first Sunday, ਪਹਿਲਾ ਰਵੀਵਾਰ it set a pattern for the rest of the church till He comes. ਤੇ ਉਹ ਇੱਕ ਮਿਸਾਲ ਬਣਿਆ ਪੂਰੀ ਕਲੀਸਿਆ ਵਾਸਤੇ ਸਾਰੇ ਸਮੇਂ ਆਉਣ ਤੱਕ। He showed Himself alive to the women on Sunday morning. ਉਹਨਾਂ ਨੇ ਰਵੀਵਾਰ ਨੂੰ ਆਪਣੇ ਆਪ ਨੂੰ ਔਰਤਾਂ ਤੇ ਜ਼ਿੰਦਾ ਜ਼ਾਹਰ ਕੀਤਾ। They worshipped Him. ਉਹਨਾਂ ਨੇ ਆਰਾਧਨਾ ਕੀਤੀ। Then He met the two disciples. ਫਿਰ ਉਹ ਦੋ ਚੇਲਿਆਂ ਨੂੰ ਮਿਲੇ He broke bread with them. ਤੇ ਉਹਨਾਂ ਨਾਲ ਰੋਟੀ ਤੋੜੀ He expounded the scriptures. ਤੇ ਵਚਨ ਸਮਝਾਇਆ ਉਹਨਾਂ ਨੂੰ। And then He appeared to His disciples in the evening. ਫਿਰ ਉਹ ਆਪਣੇ ਚੇਲਿਆਂ ਨੂੰ ਮਿਲੇ ਸ਼ਾਮ ਨੂੰ। And again opened the scriptures to them. ਫਿਰ ਦੁਬਾਰਾ ਵਚਨ ਨੂੰ ਖੋਲ ਕੇ ਸਮਝਾਇਆ। Thomas was not there. ਥੋਮਾ ਨਹੀਂ ਸੀਗਾ। He twice pronounced peace on them. ਪ੍ਰਭੂ ਯਿਸੂ ਮਸੀਹ ਨੇ ਦੋ ਵਾਰੀ ਉਹਨਾਂ ਨੂੰ ਸ਼ਾਂਤੀ ਦਿੱਤੀ। He showed that He was actually alive. ਦਿਖਾਇਆ ਕਿ ਉਹ ਵਾਕਈ He ਜ਼ਿੰਦਾ said, ਨੇ। come touch my hands. ਉਹਨਾਂ ਨੇ ਕਿਹਾ ਮੇਰੇ ਹੱਥ ਛੂਓ, See my wounds. ਮੇਰੇ ਜ਼ਖਮ ਦੇਖੋ। And He opened the scriptures. ਤੇ ਵਚਨ ਸਮਝਾਇਆ। And He told them that they are going to be sent to the nations of the world. ਤੇ ਦੱਸਿਆ ਕਿ ਤੁਸੀਂ ਸਾਰੇ ਸੰਸਾਰ ਦੇ ਦੇਸ਼ੇ ਭੇਜੇ They will ਜਾਓਗੇ, be able to bring the grace and the glory of God to the people. ਜਿੱਥੇ ਤੁਸੀਂ ਪਰਮੇਸ਼ਵਰ ਦੀ ਮਹਿਮਾ ਤੇ ਅਨੁਗ੍ਰਹਿ ਦਾ ਪ੍ਰਚਾਰ He ਕਰੋਗੇ। launched the worldwide mission of evangelism ਉਹਨਾਂ ਨੇ ਪ੍ਰਚਾਰ ਦਾ ਪੂਰੇ ਸੰਸਾਰ ਵਾਸਤੇ ਐਲਾਨ ਕੀਤਾ and gave them authority to go and bring the people for repentance ਤੇ from ਉਹਨਾਂ their ਨੂੰ sins. ਅਧਿਕਾਰ Repentance from their sins. ਉਹਨਾਂ ਨੂੰ ਅਧਿਕਾਰ ਦਿੱਤਾ ਕਿ ਸਾਰੇ ਸੰਸਾਰ ਦੇ ਲੋਕਾਂ ਨੂੰ ਗੁਨਾਹਾਂ ਦੇ ਪਛਤਾਵੇ ਦਾ ਆਪਣਾ ਪ੍ਰਚਾਰ ਕਰੋ। It was on Sunday that He promised them that they will be endued from power from on high. ਤੇ ਰਵੀਵਾਰ ਉਹਨਾਂ ਨੇ ਵਾਅਦਾ ਕੀਤਾ ਕਿ ਉਹਨਾਂ ਨੂੰ ਸਵਰਗ ਤੋਂ ਪਵਿੱਤਰ ਆਤਮਾ ਦਾ ਦਾਨ ਮਿਲੇਗਾ। Sunday was a day which the Lord chose to show Himself and do all these things. ਰਵੀਵਾਰ ਦਾ ਦਿਨ ਐਸਾ ਦਿਨ ਸੀ ਜਿੰਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਆਪਣੇ ਆਪ ਨੂੰ ਚੇਲਿਆਂ ਤੇ ਜ਼ਾਹਰ ਕੀਤਾ। It didn't come out of the disciples. It didn't come from the disciples. ਉਹ ਚੇਲਿਆਂ ਵਿੱਚੋਂ ਨਹੀਂ ਹੋਇਆ, It was not a tradition. ਕੋਈ ਉਹ ਰੀਤੀ ਰਿਵਾਜ ਨਹੀਂ ਸੀ। God chose it and ordained it. ਪਰਮੇਸ਼ਵਰ ਨੇ ਚੁਣਿਆ ਤੇ ਉਹਨੂੰ ਠਹਿਰਾਇਆ। Remember Thomas? ਥੋਮਾ ਨੂੰ ਯਾਦ ਰੱਖੋ। I was always thinking why this incident is mentioned very importantly. ਮੈਂ ਬਾਰ-ਬਾਰ ਸੋਚਦਾ ਸੀ ਵੀ ਇਸ ਵਾਕਿਆ ਨੂੰ ਕਿਉਂ ਬੜਾ ਖਾਸ ਅਹਿਮੀਅਤ ਦਿੱਤੀ ਗਈ Let us ਹੈ। see John 20:26. ਆਪਾਂ ਦੇਖਾਂਗੇ ਯੋਹੰਨਾ 20:26। On the first Sunday, Thomas missed it. ਜਿਹੜਾ ਰਵੀਵਾਰ ਦਾ ਦਿਨ ਸੀ ਉਸ ਦਿਨ ਥੋਮਾ ਜਿਹੜਾ ਸੀਗਾ ਉੱਥੇ ਨਹੀਂ ਸੀ। After 8 days, again his disciples were within. 8 ਦਿਨਾਂ ਬਾਅਦ ਦੁਬਾਰਾ ਚੇਲੇ ਇਕੱਠੇ ਸੀ। Thomas was with them. ਥੋਮਾ ਨਾਲ ਸੀ ਉਹਨਾਂ ਦੇ। Then came Lord Jesus. The doors were all shut, but He came and stood in the middle of them. ਸਾਰੇ ਦਰਵਾਜ਼ੇ ਬੰਦ ਸੀ, ਫਿਰ ਵੀ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਸਾਹਮਣੇ ਨਜ਼ਰ ਆਏ And said, Peace be unto you. ਤੇ ਉਹਨਾਂ ਨੂੰ ਕਿਹਾ ਤੁਹਾਨੂੰ ਸ਼ਾਂਤੀ ਮਿਲੇ। In the Jewish calendar, 8 days from Sunday is Sunday. I'll explain in a minute. ਯਹੂਦੀਆਂ ਦੇ ਕੈਲੰਡਰ 'ਚ 8 ਦਿਨ ਜਿਹੜੇ ਹੈਗੇ ਨੇ ਸੰਡੇ ਤੋਂ ਸੰਡੇ ਹੈਗਾ। They count the day from the day they are in present, and they will count. So it will be 8 days, and again it was a Sunday. ਉਹ ਜਿਸ ਦਿਨ ਸ਼ੁਰੂਆਤ ਹੈਗੀ ਉਹ ਤੋਂ ਲੈ ਕੇ 8-7 ਦਿਨ ਗਿਣਦੇ ਨੇ, 8ਵਾਂ ਦਿਨ ਉਹ ਯਹੂਦੀ ਮੰਨਦੇ ਨੇ। You see, they gathered together on Sunday. This had started to become a pattern. ਉਹ ਰਵੀਵਾਰ ਨੂੰ ਇਕੱਠਾ ਹੋਣਾ ਸ਼ੁਰੂ ਹੋਏ ਜਿਹੜਾ ਕਿ ਇੱਕ ਰਿਵਾਜ ਬਣਿਆ। The next Sunday they came together. Thomas was with them.
ਅਗਲੇ ਰਵੀਵਾਰ ਨੂੰ ਦੁਬਾਰਾ ਇਕੱਠੇ ਹੋਏ ਤੇ ਥੋਮਾ ਨਾਲ ਸੀ। They hadn't seen Lord Jesus since last Sunday. ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਇੱਕ ਹਫ਼ਤੇ ਤੋਂ ਨਹੀਂ ਦੇਖਿਆ Lord ਸੀ। Jesus didn't come on Tuesday. He didn't come on Wednesday, ਉਹ ਨਾ ਪ੍ਰਭੂ ਯਿਸੂ ਮੰਗਲਵਾਰ ਆਏ ਨਾ ਬੁੱਧਵਾਰ ਆਏ nor Thursday, nor Friday, ਨਾ ਰਵੀਵਾਰ ਵੀਰਵਾਰ ਆਏ nor he came on Saturday. ਨਾ ਸ਼ਨੀਵਾਰ ਆਏ, He came on Sunday. ਇਤਵਾਰ ਨੂੰ ਆਏ। It was on Sunday that he appeared. ਰਵੀਵਾਰ ਨੂੰ ਉਹ ਸਾਰਿਆਂ ਨੂੰ ਨਜ਼ਰ ਆਏ। Verse 27, he says to Thomas, Then said he to Thomas, Reach hither thy finger and behold my hands, and receive hither thy hand, and thrust it into my side, and be not faithless, but believing. तब उसने थोमस से कहा, अपनी उंगली यहाँ लाकर मेरे हाथों को देख और अपना हाथ लाकर मेरे पंजर में डाल, और अविश्वासी नहीं परंतु विश्वासी हो। 28th verse, And Thomas answered and said unto him, My Lord, my God. ये सुनकर थोमा ने उत्तर दिया, हे मेरे प्रभु, हे मेरे परमेश्वर। Then comes the 29th verse, which is the most significant verse. Jesus said unto him, Thomas, because you have seen, you have believed. But blessed are they who have not seen, yet have believed. That will be us, my dear brothers and sisters. यीशु ने उनसे कहा, तूने तो मुझे देखकर विश्वास किया, धन्य वे हैं जिन्होंने बिना देखे विश्वास किया। ऐ प्रभु यीशु मसीह ने साढ़े बारे किया। We come Sunday after Sunday. We don't see him physically, but we believe that he is there. That is the blessedness that God is speaking about here. ਅਸੀਂ ਰਵੀਵਾਰ ਤੋਂ ਹਰ ਰਵੀਵਾਰ ਆਉਂਦੇ ਹਾਂ, ਪਰ ਅਸੀਂ ਉਹਨਾਂ ਨੂੰ ਦੇਖਦੇ ਨਹੀਂ, ਪਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਹ ਹੈਗੇ ਨੇ। ਇਹ ਸਾਡੇ ਵਾਸਤੇ ਆਸ਼ੀਸ਼ ਹੈ। See, the first Sunday, Lord appeared to them, ਪਹਿਲੇ ਰਵੀਵਾਰ ਪ੍ਰਭੂ ਯਿਸੂ ਮਸੀਹ ਜ਼ਾਹਰ but they ਹੋਏ didn't see him till the next Sunday. ਤੇ ਚੇਲਿਆਂ ਨੇ ਉਹਨਾਂ ਨੂੰ ਅਗਲੇ ਹਫ਼ਤੇ ਤੱਕ ਨਹੀਂ ਦੇਖਿਆ। But they may be meeting every day hoping he'll come. ਹੋ ਸਕਦਾ ਉਹ ਹਰ ਰੋਜ਼ ਮਿਲਦੇ ਹੋਣ ਐਸ ਉਮੀਦ ਕਿ ਉਹ ਆਣਗੇ, But he chose only to come on a Sunday. ਪਰ ਉਹਨਾਂ ਨੇ ਸਿਰਫ ਰਵੀਵਾਰ ਨੂੰ ਮਿਲਣ ਦੀ ਯੋਜਨਾ It ਸੀ। was his sovereign choice to appear ਇਹ on the ਉਹਨਾਂ ਦੀ second. ਆਪਣੀ ਮਰਜ਼ੀ ਸੀ ਕਿ ਉਹ ਰਵੀਵਾਰ ਨੂੰ ਉਹ ਨਜ਼ਰ ਆਣ। That would establish them in their mind that Sunday is the day that he will see him. ਉਹ ਚੀਜ਼ ਨੇ ਉਹਨਾਂ ਦੇ ਦਿਮਾਗ 'ਚ ਪੱਕਾ ਕੀਤਾ ਕਿ ਰਵੀਵਾਰ ਦਾ ਦਿਨ ਹੈ ਜਦੋਂ ਉਹ ਨਜ਼ਰ ਆਣਗੇ। This was by divine choice, godly choice, ਇਹ ਜਿਹੜੀ ਹੈਗੀ ਹੈ ਪਰਮੇਸ਼ਵਰ ਦੀ ਯੋਜਨਾ ਹੈ, not human tradition. ਕੋਈ ਲੋਕਾਂ ਦਾ ਇੱਕ ਰਿਵਾਜ ਨਹੀਂ ਹੈਗਾ। That is why when John mentions this incident, he talks about after 8 days. ਐਸੇ ਕਰਕੇ ਜਦੋਂ ਯੋਨਾ ਆਪਣਾ ਗੱਲ ਕਰਦਾ ਹੈਗਾ ਉਹ 8 ਦਿਨਾਂ ਦੇ ਬਾਅਦ ਗੱਲ ਕਰਦਾ ਹੈ। Very significant, my dear brothers and sisters. ਬਹੁਤ ਖਾਸ ਹੈਗਾ। I believe the Lord set apart the Sabbath. ਮੇਰਾ ਵਿਸ਼ਵਾਸ ਹੈ ਕਿ ਪਰਮੇਸ਼ਵਰ ਨੇ ਸਬਤ ਨੂੰ ਅਲੱਗ ਕੀਤਾ And put a new day for us in the New Testament day. ਤੇ ਸਾਡੇ ਵਾਸਤੇ ਨਵੇਂ ਅਹਿਦ ਦਾ ਨਵਾਂ ਦਿਨ ਬਣਾਇਆ। You can look at Saturday and think about every Saturday, think about God's creation and be filled with gratefulness and worship him. ਤੁਸੀਂ ਹਰ ਰਵੀਵਾਰ ਪਰਮੇਸ਼ਵਰ Next ਦੀ Saturday, her Saturday. ਤੁਸੀਂ ਹਰ ਸ਼ਨੀਵਾਰ ਨੂੰ ਪਰਮੇਸ਼ਵਰ ਨੇ ਜਿਹੜੀ ਰਚਨਾ ਬਣਾਈ ਹੈ ਉਹਦਾ ਆਨੰਦ ਬਣਾਓ ਤੇ ਉਹਦਾ ਸ਼ੁਕਰ ਕਰੋ। As Saturday goes by, we think about God's creation as how wonderful and perfect creation he created. ਤੇ ਜਿਵੇਂ ਜਿਵੇਂ ਸ਼ਨੀਵਾਰ ਬੀਤਦਾ ਹੈਗਾ ਅਸੀਂ ਪਰਮੇਸ਼ਵਰ ਦਾ ਜਿਹੜੀ ਕਾਇਨਾਤ ਬਣਾਈ ਹੈਗੀ ਹੈ ਉਹਨੂੰ ਦੇਖ ਕੇ ਰੱਬ ਦਾ ਸ਼ੁਕਰ ਕਰਨੇ ਆ। But our day is the first day, ਪਰ ਸਾਡਾ ਦਿਨ ਪਹਿਲਾ ਦਿਨ ਹੈ, resurrection day. ਜੀ ਉਠਣ ਦਾ ਦਿਨ। That was the day, that is the day for worship, for preaching, for fellowship. ਉਹ ਹੈਗਾ ਪ੍ਰਚਾਰ ਕਰਨ ਦਾ, ਆਰਾਧਨਾ ਕਰਨ ਦਾ ਤੇ ਇੱਕ ਦੂਜੇ ਨੂੰ ਮਿਲਣ ਦਾ। To rejoice and praise the risen Savior. ਆਨੰਦ ਮਨਾਉਣ ਦਾ ਤੇ ਜਿਹੜਾ ਮੁਰਦੇ ਚੋਂ ਜੀ ਉੱਠਿਆ ਹੈਗਾ ਉਹ ਸਾਡਾ ਬਚਾਉਣ ਵਾਲਾ It ਹੈ। was not the disciples' plan. ਇਹ ਚੇਲਿਆਂ ਦੀ ਯੋਜਨਾ ਨਹੀਂ ਸੀ। They were shocked when he appeared. ਉਹਨਾਂ ਨੂੰ ਬੜਾ ਅਜੂਬਾ ਹੋਇਆ It is his plan. ਕਿਉਂਕਿ ਰੱਬ ਦਾ ਪਲਾਨ ਸੀ। I will show you more proof from scripture. ਮੈਂ ਤੁਹਾਨੂੰ ਵਚਨ 'ਚ ਹੋਰ ਦੱਸਾਂਗਾ। Let's go to the book of Acts. ਪ੍ਰੇਰਿਤਾਂ ਦੇ ਕੰਮ। You remember the Lord told that he will send the Holy Spirit? ਤੂੰ ਦੇਖਿਆ ਪ੍ਰਭੂ ਨੇ ਕਿਹਾ ਕਿ ਉਹ ਪਵਿੱਤਰ ਆਤਮਾ ਭੇਜਣਗੇ। The day the Holy Spirit came, the church was established. ਜਿਸ ਦਿਨ ਪਵਿੱਤਰ ਆਤਮਾ ਉਤਰੀ ਉਸ ਦਿਨ ਕਲੀਸਿਆ ਦੀ ਸਥਾਪਨਾ The ਹੋਈ। New Testament is now ratified or established. ਤੇਰਾ ਨਵਾਂ ਨਿਯਮ ਹੈਗਾ
ਉਹ ਆਪਣਾ ਸਥਾਪਿਤ ਕੀਤਾ ਗਿਆ। 40 days later, after his resurrection, Lord Jesus is lifted up. 40 ਦਿਨ ਮੁਰਦਿਆਂ ਤੋਂ ਜੀ ਉੱਠਣ ਤੋਂ ਬਾਅਦ ਉਹ ਸਵਰਗ ਚਲੇ ਗਏ। And we come to an important day. ਤੇ ਅਸੀਂ ਖਾਸ ਦਿਨ ਆਉਂਦੇ ਆ। It is familiar to any Christian. ਇਹ ਹਰ ਵਿਸ਼ਵਾਸੀ ਨੂੰ ਜਾਣਕਾਰੀ ਹੈ। Day of the Pentecost. ਪੈਂਟਾਕੋਸਟ ਦੇ ਦਿਨ। Acts 2:1. ਪ੍ਰੇਰਿਤ 2 ਦਾ 1। And when the day of Pentecost was fully come, they were all with one accord in one place. About 120 people gathered. Second verse, and suddenly there came a sound from heaven as of a rushing mighty wind, and it filled all the house where they were sitting, and there appeared unto them cloven tongues like as of fire, and it sat upon each one of them. And they were filled with the Holy Ghost and began to speak with other tongues as the Spirit gave them utterance. और जब पेंटाकोस्ट का दिन आया तो वे सब एक जगह इकट्ठे थे और एकाएक आकाश से बड़ी आंधी की सी सनसनाहट का शब्द हुआ और उससे सारा घर जहाँ वे बैठे थे गूंज उठा और उन्हें आग की सी जीभें फटती हुई दिखाई दी और उनमें से हर एक पर आ ठहरी और वे पवित्र आत्मा से भर गए और जिस प्रकार आत्मा ने उन्हें बोलने का समर्थ दी वे अन्य अन्य भाषा बोलने लगे। It was a visible symbol of an invisible act of God. ਉਹ ਇੱਕ ਦੇਖਣ ਵਾਲਾ ਨਜ਼ਾਰਾ ਸੀ ਜਿਹੜੇ ਪਰਮੇਸ਼ਵਰ ਨੂੰ ਅਸੀਂ ਨਹੀਂ ਦੇਖ ਸਕਦੇ ਉਹਨਾਂ ਦਾ ਨਜ਼ਾਰਾ। It happened on the day of Pentecost. ਉਹ ਪੈਂਟਾਕੋਸਟ ਦੇ ਦਿਨ ਹੋਇਆ। When this happened, the church was born. ਇਹ ਜਦੋਂ ਹੋਇਆ ਉਦੋਂ ਕਲੀਸਿਆ ਦੀ ਸਥਾਪਨਾ ਹੋਈ। By sending the Spirit, the church is born. ਆਤਮਾ ਭੇਜਣ ਦੇ ਨਾਲ ਕਲੀਸਿਆ ਦੀ ਸਥਾਪਨਾ ਹੋਈ। Lord Jesus creates his own body. ਪ੍ਰਭੂ ਯਿਸੂ ਮਸੀਹ ਨੇ ਆਪਣੇ ਜਿਵੇਂ ਸਰੀਰ ਨੂੰ ਤਿਆਰ ਕੀਤਾ। By sending the Holy Spirit, he brings also the gifts of the Holy Spirit. ਪਵਿੱਤਰ ਆਤਮਾ ਦੇਣ ਦੇ ਨਾਲ ਪਵਿੱਤਰ ਆਤਮਾ ਦੇ ਤੋਹਫੇ ਵੀ ਉਹਨਾਂ ਨੇ ਦਿੱਤੇ। He empowers the church for the world evangelism. ਉਹਨਾਂ ਨੇ ਕਲੀਸਿਆ ਨੂੰ ਤਾਕਤ ਦਿੱਤੀ ਕਿ ਸਾਰੇ ਦੇਸ਼ਾਂ 'ਚ ਪ੍ਰਚਾਰ ਹੋਵੇ। On the same day, the church was born. ਉਸੇ ਦਿਨ ਕਲੀਸਿਆ ਦੀ ਸਥਾਪਨਾ ਹੋਈ And it began to grow. ਤੇ ਉਹ ਵਧਣ ਲੱਗੇ। In Acts 2:14, Peter, standing up with 11, lifted his voice and said unto them, Ye men of Judea, and all that dwell in Jerusalem, be this known unto you, and hearken to my words. पतरस उन 11 के साथ खड़ा हुआ और ऊंचे शब्द से कहने लगा कि हे यहूदियों, हे यरूशलेम के सब रहने वालों, यह जान लो और कान लगाकर मेरी बातें सुनो। At the end of his sermon, 3,000 souls were added to the church. पतरस ਦੇ ਪ੍ਰਚਾਰ ਤੋਂ ਬਾਅਦ 3000 ਲੋਕ ਕਲੀਸਿਆ ਵਿੱਚ ਜੁੜੇ। It was a great day. ਇੱਕ ਵੱਡਾ ਦਿਨ ਸੀ। Now, why am I talking about the day of Pentecost? ਹੁਣ ਮੈਂ ਪੈਂਟਾਕੋਸਟ ਦੇ ਦਿਨ ਦੀ ਗੱਲ ਕਿਉਂ ਕਰ ਰਿਹਾ? Did you think what was the day of Pentecost? ਕਿਆ ਤੁਸੀਂ ਦੇਖਿਆ ਪੈਂਟਾਕੋਸਟ ਦਾ ਦਿਨ ਕਿਹੜਾ ਦਿਨ ਸੀ? Which day of the week it was? ਸਪਤਾਹ ਦਾ ਕਿਹੜਾ ਦਿਨ ਸੀ? Let us see from scripture, ਵਚਨ 'ਚ ਦੇਖਾਂਗੇ। because you will not believe me if I tell you. ਤੁਸੀਂ ਮੇਰਾ ਸ਼ਾਇਦ ਵਿਸ਼ਵਾਸ ਨਾ ਕਰੋ। Leviticus 23:16. ਲੈਵਿਟਿਕਸ 23 ਦਾ 16 There is a discussion about the day of Pentecost. ਪੈਂਟਾਕੋਸਟ ਦੇ ਦਿਨ ਦੇ ਬਾਰੇ ਬਿਆਨ ਕੀਤਾ ਗਿਆ। It says, He shall count unto you from the morrow after the Sabbath, from the day that he brought the sheaf of the wave offering, 7 Sabbaths shall be complete. 7वें विश्राम के दिन के दूसरे दिन तक 50 दिन गिनना और 50वें दिन यहोवा के लिए नया अन्न बलि चढ़ाना। 7 Sabbaths is 49 days. 7 सबत का मतलब है 49 दिन। 7 into 7, 49. 7 गुना 7 49। So if you had 7 Sabbaths, the 50th day will fall on which day? ਜੇ ਤੁਹਾਡੇ 7 ਸਬਤ ਹੋਣ ਤੇ 50ਵਾਂ ਦਿਨ ਕਿਸ ਦਿਨ ਹੋਏਗਾ? Sunday. ਰਵੀਵਾਰ ਨੂੰ। The feasts of weeks was decided to dedicate the first fruits of the harvest. ਉਸ ਦਿਨ ਜਿਹੜਾ ਫਸਲ ਹੈਗਾ ਉਹਦੇ ਅੰਨ ਬਲੀ ਚੜਾਉਣ ਦਾ ਦਿਨ ਸੀ। The 50th day was called Pentecost because it occurred 50 days after the feast of the weeks. ਤੇ ਪੈਂਟਾਕੋਸਟ ਦਾ ਦਿਨ 50ਵੇਂ ਦਿਨ ਹੈਗਾ ਕਿਉਂਕਿ ਉਸ ਦਿਨ ਅੰਨ ਬਲੀ ਚੜਾਉਣ ਦਾ ਦਿਨ ਹੈਗਾ ਸੀ। Pente means 5. ਪੈਂਟੇ ਦਾ ਮਤਲਬ 5 ਹੈਗਾ। So simple calculate indicates the day of Pentecost was the first day of the week. ਤੇ ਜਿਹੜਾ ਸਮਝਣ ਦੀ ਗੱਲ ਹੈ ਕਿ ਪੈਂਟਾਕੋਸਟ ਦਾ ਦਿਨ ਸੀਗਾ ਔਰ ਰਵੀਵਾਰ ਦਾ ਦਿਨ। Hallelujah. ਹਾਲੇਲੂਇਆ। This is the only Jewish
activity or festival in the law for Pentecost, it happened to be on first day of the week. ਤੇ ਯਹੂਦੀਆਂ ਦੇ ਆਪਣਾ ਜਿਹੜੇ ਆਪਣਾ ਸੋਚ ਦੇ ਹਿਸਾਬ ਨਾਲ ਵੀ ਇਹ ਦਿਨ ਸੀਗਾ ਜਿਹੜਾ ਕਿ ਰਵੀਵਾਰ ਦੇ ਦਿਨ ਹੋਇਆ It is so amazing. ਕਿੰਨਾ ਅਦਭੁਤ ਹੈ It is so consistent with scripture. ਪਰਮੇਸ਼ਵਰ ਦੇ ਵਚਨ ਦੇ ਨਾਲ ਮੇਲ ਖਾਂਦਾ The ਹੈ Lord Holy Spirit did not establish the church on Tuesday, Wednesday, Thursday, Friday. He did it on Sunday. ਪਵਿੱਤਰ ਆਤਮਾ ਨੇ ਆਪਣਾ ਜਿਹੜਾ ਵਰਦਾਨ ਹੈਗਾ ਹੈ, ਉਹ ਹਫਤੇ ਦੇ ਕਿਸੇ ਦਿਨ ਸੋਮ ਮੰਗਲਵਾਰ ਜਾਂ ਬੁੱਧਵਾਰ ਨਹੀਂ ਦਿੱਤਾ ਪਰ ਰਵੀਵਾਰ ਦਿੱਤਾ He sent His Holy Spirit on Sunday. ਉਹਨਾਂ ਨੇ ਆਪਣੀ ਪਵਿੱਤਰ ਆਤਮਾ ਰਵੀਵਾਰ ਭੇਜੀ Are you getting the message? ਕਿਆ ਤੁਹਾਨੂੰ ਸੰਦੇਸ਼ It ਮਿਲ is ਰਿਹਾ very ਹੈ clear. ਬੜਾ ਸਪਸ਼ਟ It is ਹੈ a Lord ordained day. ਇਹ ਪਰਮੇਸ਼ਵਰ ਦਾ ਠਹਿਰਾਇਆ ਹੋਇਆ ਦਿਨ ਹੈ Events of resurrection, ਉਹਨਾਂ ਦੇ ਜੀ ਉੱਠਣ ਦੇ ਦਿਨ the birth of the church, ਕਲੀਸਿਆ ਦਾ ਜਨਮ the anointing of the Holy Spirit, ਪਵਿੱਤਰ ਆਤਮਾ ਦਾ ਅਭਿਸ਼ੇਕ all happened on Sunday. ਸਭ ਰਵੀਵਾਰ ਨੂੰ ਹੋਇਆ Sunday is the New Testament day. ਸੰਡੇ ਜਿਹੜਾ ਹੈਗਾ ਨਵੇਂ ਨਿਯਮ ਦਾ ਦਿਨ ਹੈ Another important thing I want to say, ਖਾਸ ਗੱਲ ਹੋਰ there are no rules for Sunday. ਰਵੀਵਾਰ ਵਾਸਤੇ ਕੋਈ ਕਾਨੂੰਨ ਨਹੀਂ It's nowhere in the New Testament. ਰਵੀਵਾਰ ਵਚਨ ਵਿੱਚ ਨਹੀਂ ਹੈਗਾ Just one rule, ਇੱਕੋ ਕਾਨੂੰਨ Hebrews 10:25. ਇਬਰਾਨੀਆਂ 10 ਦਾ 25 Not forsaking the assembling of ourselves together, as the manner of some is, but exhorting one another, and so much more as ye see the day approaching. Oh, it's not there? No. Okay. Hebrews 10:25 and 26, please read, brother. I don't have glasses. Can you repeat? Yeah. We should not forsake assembling of ourselves, ਸਾਨੂੰ ਆਪਸ ਵਿੱਚ ਮਿਲਣਾ ਛੋੜਨਾ ਨਹੀਂ ਚਾਹੀਦਾ as some people do. ਜਿਵੇਂ ਕੁਝ ਲੋਕ ਕਰਦੇ ਨੇ But we have to meet and exhort each other, ਪਰ ਸਾਨੂੰ ਮਿਲਣਾ ਚਾਹੀਦਾ ਤੇ ਇੱਕ ਦੂਜੇ ਨੂੰ ਪ੍ਰੋਤਸਾਹਿਤ ਕਰਨਾ because ਚਾਹੀਦਾ the day of the Lord is approaching. ਕਿਉਂਕਿ ਪਰਮੇਸ਼ਵਰ ਦੇ ਦਿਨ ਨਿਕਟ ਹੈਗੇ ਨੇ When the church meets, you make sure you are here. ਜਦੋਂ ਕਲੀਸਿਆ ਮਿਲਦੀ ਹੈ ਬਹੁਤ ਜ਼ਰੂਰੀ ਹੈ ਕਿ ਤੁਸੀਂ ਵੀ ਨਾਲ ਮੇਲ ਕਰੋ No rules, no other regulations. ਹੋਰ ਕੋਈ ਕਾਨੂੰਨ ਨਹੀਂ ਹੈ ਕੋਈ ਰੀਤੀ ਰਿਵਾਜ ਨਹੀਂ ਹੈ Doesn't say about work, ਕੰਮ ਬਾਰੇ ਨਹੀਂ ਕਹਿੰਦਾ doesn't say about play, ਖੇਲਣ ਬਾਰੇ ਨਹੀਂ ਕਹਿੰਦਾ it doesn't say about what you cannot do ਇਹ ਵੀ ਨਹੀਂ ਕਹਿੰਦਾ ਤੁਸੀਂ ਕੀ ਨਹੀਂ ਕਰ or ਸਕਦੇ what you can do. ਜਾਂ ਤੁਸੀਂ ਕੀ ਕਰ ਸਕਦੇ ਹੋ The new covenant is free of bondage. ਨਵਾਂ ਨਿਯਮ ਜਿਹੜਾ ਹੈਗਾ ਹੈ, ਉਹ ਕਿਸੇ ਵੀ ਬੰਦਸ਼ ਤੋਂ ਆਜ਼ਾਦ ਹੈ It is not like Sabbath. ਉਹ ਸਬਤ ਤਰ੍ਹਾਂ ਨਹੀਂ ਹੈ And you know, some people still celebrate Sabbath. They try to drag Sabbath and keep us in bondage. ਕਈ ਲੋਕ ਅਜੇ ਵੀ ਜਿਹੜਾ ਹੈਗਾ ਉਹ ਸਬਤ ਨੂੰ ਮਨਾਉਂਦੇ ਨੇ ਤਾਂ ਕਿ ਲੋਕਾਂ ਨੂੰ ਬੰਦਸ਼ ਹੀ ਪਾਉਂਦੇ It ਨੇ is very clear. ਬੜਾ ਸਪਸ਼ਟ ਹੈ The Lord identified this day. ਪਰਮੇਸ਼ਵਰ ਨੇ ਇਹਦਾ ਚੁਣਾਵ It is ਕੀਤਾ His day. ਉਹਨਾਂ ਦਾ ਦਿਨ ਹੈ He chose it. ਉਹਨਾਂ ਨੇ ਚੁਣਿਆ He is not worried about external observances. ਉਹਨਾਂ ਨੂੰ ਬਾਹਰੀ ਰੂਪ ਨਾਲ ਸੰਬੰਧ He is ਨਹੀਂ ਹੈ concerned about the spiritual aspect of it. ਉਹਨਾਂ ਨੂੰ ਰੂਹਾਨੀ ਦੇ ਬਾਰੇ ਸੋਚ ਹੈਗੀ ਹੈ It is the day when we rejoice and celebrate the Lord Jesus as the Savior. ਇਹ ਉਹ ਦਿਨ ਹੈਗਾ ਜਦੋਂ ਅਸੀਂ ਖੁਸ਼ੀ ਮਨਾਉਂਦੇ ਆ ਕਿਉਂਕਿ ਪ੍ਰਭੂ ਯਿਸੂ ਮਸੀਹ ਸਾਡੇ ਛੁਡਾਉਣ ਵਾਲੇ We ਨੇ don't think about Lord Jesus as the Savior till we are giving the gospel, or when sometime the preacher mentions it. We have to do it every Sunday and celebrate the resurrection and the redemption of our from sins by Lord Jesus Christ. ਅਸੀਂ ਸਿਰਫ ਕਿ ਪ੍ਰਭੂ ਯਿਸੂ ਮਸੀਹ ਬਚਾਉਣ ਵਾਲੇ ਹੈਗੇ ਨੇ ਜਦੋਂ ਲੋਕਾਂ ਨੂੰ ਵਚਨ ਦੇਣਾ ਉਦੋਂ ਨਹੀਂ ਦੇਣਾ ਪਰ ਹਰ ਰਵੀਵਾਰ ਨੂੰ ਸਾਡੇ ਪ੍ਰਭੂ ਯਿਸੂ ਮਸੀਹ ਬਚਾਉਣ ਵਾਲੇ ਹੈਗੇ ਨੇ ਅਸੀਂ ਉਸ ਚੀਜ਼ ਦਾ ਆਨੰਦ ਮਨਾਉਣਾ ਹੈ New Testament Sunday is like the seventh day in Genesis 2. ਜਿਵੇਂ ਜਿਹੜਾ ਨਵੇਂ ਨਿਯਮ ਦਾ ਅੱਜ ਕੱਲ੍ਹ ਰਵੀਵਾਰ ਦਾ ਦਿਨ ਹੈਗਾ ਉਹ ਜਿਵੇਂ ਹੈਗਾ ਉਤਪੱਤੀ ਦੇ 2 ਦਾ ਅਧਿਆਇ ਹੈਗਾ It's the day that God has blessed, ਉਹ ਜਿਹਨੂੰ ਪਰਮੇਸ਼ਵਰ ਨੇ ਦਿਨ ਨੂੰ ਅਸ਼ੀਸ਼ a ਦਿੱਤੀ day of honor, ਸਨਮਾਨ ਦਿੱਤਾ a day of celebration, ਆਨੰਦ ਮਨਾਉਣ ਦਾ ਦਿਨ a day ਦਿੱਤਾ of joy. ਖੁਸ਼ੀ ਦਾ ਦਿਨ ਦਿੱਤਾ God is our Redeemer and our Savior. ਪਰਮੇਸ਼ਵਰ ਹੀ ਸਾਡਾ ਛੁਡਾਉਣ ਵਾਲਾ ਹੈਗਾ ਤੇ ਬਚਾਉਣ ਵਾਲਾ ਹੈ He would sit back, and that is the day when he rose, he sat back and knew that he had done a complete work. ਉਹੀ ਉਹ ਦਿਨ ਸੀ ਜਦੋਂ ਉਹਨਾਂ ਨੇ ਸਾਰਾ ਕੰਮ ਖਤਮ ਕੀਤਾ ਤੇ ਮੁਰਦੇ ਜੋ ਜੀ ਉੱਠੇ ਕਿ ਸਭ ਕੁਝ ਸੰਪੂਰਨ ਹੋਇਆ In Christ, Eden which was lost is regained. ਪ੍ਰਭੂ ਯਿਸੂ ਮਸੀਹ ਜਿਹੜਾ ਅਦਨ ਦੀ ਵਾਟਿਕਾ ਖੋ ਦਿੱਤੀ ਸੀ ਉਹ ਅਸੀਂ ਦੁਬਾਰਾ ਲੈ ਲਈ The kingdom of God is not eating and drinking.
ਪਰਮੇਸ਼ਵਰ ਦੀ ਬਾਦਸ਼ਾਹਤ ਖਾਣ ਪੀਣ ਨਾਲ ਨਹੀਂ ਹੈ, It is not the outside things. ਬਾਹਰੀ ਰੂਪ ਨਹੀਂ It ਹੈ, is joy in the Holy Spirit. ਉਹ ਪਵਿੱਤਰ ਆਤਮਾ ਵਿੱਚ ਆਨੰਦ ਹੈ। It's a day to remember the righteousness of Christ. ਪਰਮੇਸ਼ਵਰ ਦੀ ਪਵਿੱਤਰਤਾ ਨੂੰ ਯਾਦ ਕਰਨ ਦਾ ਦਿਨ The ਹੈ। righteousness which is given to us. ਉਹ ਪਵਿੱਤਰਤਾ ਜਿਹੜੀ ਸਾਨੂੰ ਦਿੱਤੀ ਗਈ, It's a day to rejoice that our sins are forgiven. ਖੁਸ਼ੀ ਮਨਾਉਣ ਦਾ ਦਿਨ ਹੈ ਕਿ ਸਾਡੇ ਪਾਪ क्षमा ਹੋਏ। This is the reason why church meets. ਇਹ ਕਾਰਨ ਹੈ ਕਲੀਸਿਆ ਮਿਲਦੀ ਹੈ। This was also the pattern of the New Testament church. ਇਹੋ ਨਵੇਂ ਨਿਯਮ ਦੀ ਕਲੀਸਿਆ ਦਾ ਵੀ ਰਿਵਾਜ ਸੀ। Let's go with Paul to Troas. ਅੱਜ ਆਪਾਂ ਪੌਲਸ ਦੀ ਗੱਲ ਦੇਖਾਂਗੇ। He went to Troas. ਉਹ ਟਰੋਆਸ ਗਏ ਸੀਗੇ। Acts 20 verse 7. ਪ੍ਰੇਰਿਤਾਂ ਦੇ ਕੰਮ 20 ਦਾ 7। And upon the first day of the week, when the disciples came together to break bread, Paul preached unto them, ready to depart on the morrow, and continued his speech until midnight. सप्ताह के पहले दिन जब वह रोटी तोड़ने के लिए इकट्ठे हुए तो पौलुस ने जो दूसरे दिन चले जाने पर था उनसे बातें की और आधी रात तक बातें करता रहा। It is a couple of years after the church was established. The first day of the week has now become a pattern. ਇਹ ਜਦੋਂ ਕਲੀਸਿਆ ਦੀ ਸਥਾਪਨਾ ਹੋਈ ਉਹਦੇ ਥੋੜੇ ਸਾਲ ਬਾਅਦ ਦੀ ਗੱਲ ਹੈ ਕਿ ਰਵੀਵਾਰ ਦਾ ਦਿਨ ਚੁਣਿਆ ਗਿਆ। The day of resurrection, ਜੀ ਉੱਠਣ ਦਾ ਦਿਨ, the day of the second appearance of Christ. ਜਦੋਂ ਦੂਸਰੀ ਵਾਰੀ ਪ੍ਰਭੂ ਯਿਸੂ ਮਸੀਹ ਹਾਜ਼ਰ This is ਨਜ਼ਰ the ਆਏ। day that the Lord has made. ਇਹ ਉਹ ਦਿਨ ਜਿਹੜਾ ਪਰਮੇਸ਼ਵਰ ਨੇ ਸਥਾਪਿਤ ਕੀਤਾ। He established the church ਉਹਨਾਂ ਨੇ ਕਲੀਸਿਆ ਸਥਾਪਨਾ and ਕੀਤੀ gifted the Holy Spirit. ਤੇ ਪਵਿੱਤਰ ਆਤਮਾ ਦਾ ਵਰਦਾਨ ਦਿੱਤਾ। It is a pattern. Look at 1 Corinthians 16:2. ਪਹਿਲਾ ਗ੍ਰੰਥੀਆ 16 ਦਾ 2। Upon first day of the week, let every one of you lay by him in store as God has prospered him, that there be no gatherings when I come. सप्ताह के पहले दिन तुम में से हर एक आदमी आमदनी के अनुसार कुछ अपने पास रख छोड़ करे कि मेरे आने पर चंदा ना करना पड़े। When you meet on the first day, ਜਦੋਂ ਅਸੀਂ ਪਹਿਲੇ ਦਿਨ ਮਿਲਨੇ ਆ give your offering. ਆਪਣਾ ਆਫਰਿੰਗ ਦਿਓ। The focus is on the first day. ਜਿਹੜਾ ਆਪਣਾ ਨਿਸ਼ਾਨ ਹੈਗਾ ਉਹ ਪਹਿਲਾ ਦਿਨ ਹੈ। That is the day they came to worship. ਉਹ ਦਿਨ ਜਦੋਂ ਉਹਨਾਂ ਨੇ ਇਕੱਠੇ ਆਰਾਧਨਾ That is ਕੀਤੀ, the day they gave their offerings as an act of worship. ਉਸ ਦਿਨ ਉਹਨਾਂ ਨੇ ਆਪਣਾ ਹਿੱਸਾ ਦਿੱਤਾ। But I want to mention one thing. ਪਰ ਮੈਂ ਗੱਲ ਦੱਸਣਾ It is ਚਾਹਨਾ not a day more holy than other days. ਇਹ ਐਸਾ ਨਹੀਂ ਕਿ ਇਹ ਦਿਨ ਦੂਸਰੇ ਦਿਨਾਂ ਤੋਂ ਜ਼ਿਆਦਾ ਪਵਿੱਤਰ Every ਹੈ। day is holy unto the Lord. ਪਰਮੇਸ਼ਰ ਵਾਸਤੇ ਹਰ ਦਿਨ ਪਵਿੱਤਰ ਹੈ। The New Testament living is living every day for the glory of God. ਨਵਾਂ ਨਿਯਮ ਕਹਿੰਦਾ ਹੈ ਕਿ ਆਪਾਂ ਨੂੰ ਹਰ ਰੋਜ਼ ਪਰਮੇਸ਼ਵਰ ਦੇ ਜਲਾਲ ਵਾਸਤੇ ਜੀਣਾ ਹੈ। I am talking about the focus of the New Testament. ਮੈਂ ਨਵੇਂ ਨਿਯਮ ਦਾ ਜਿਹੜਾ ਮੁੱਦੇ ਦੀ ਗੱਲ ਕਰ I am ਰਿਹਾ, talking about the Christian's heart here. ਮਸੀਹਾਂ ਦੇ ਦਿਲ ਦੀ ਗੱਲ ਕਰ ਰਿਹਾ। I am glad some people work on Lord's Day. ਮੈਨੂੰ ਖੁਸ਼ੀ ਹੈ ਕੁਝ ਲੋਕ ਰਵੀਵਾਰ ਨੂੰ ਕੰਮ ਕਰਦੇ ਨੇ। It will be too bad if I get sick and I go to the hospital and there is nobody there. ਇਹ ਮੁਸ਼ਕਿਲ ਦਾ ਕੰਮ ਹੋਏਗਾ ਕਿ ਕੋਈ ਬਿਮਾਰ ਹੋਵੇ ਹਸਪਤਾਲ ਜਾਏ ਤਾਂ ਉੱਥੇ ਕੋਈ ਨਾ ਮਿਲੇ। Some people need to work. ਕੁਝ ਲੋਕਾਂ ਨੂੰ ਕੰਮ ਕਰਨਾ Some ਜ਼ਰੂਰੀ people ਹੈ। are forced to work to support their family. ਕਈਆਂ ਨੂੰ ਮਜਬੂਰੀ 'ਚ ਪਰਿਵਾਰ ਚਲਾਉਣ ਵਾਸਤੇ ਕਰਨਾ ਪੈਂਦਾ ਹੈ। But if it is not a necessity, ਪਰ ਜੇ ਜ਼ਰੂਰੀ ਨਹੀਂ ਹੈ we need to examine our heart if there is any reason not to attend church. ਫਿਰ ਆਪਾਂ ਨੂੰ ਆਪਣੇ ਦਿਲ ਨੂੰ ਦੇਖਣ ਦੀ ਜ਼ਰੂਰਤ ਹੈ ਤੇ ਕੋਈ ਕਾਰਨ ਨਹੀਂ ਅਸੀਂ ਕਲੀਸਿਆ ਨਾ It is ਆਈਏ। not that you cannot work. ਇਹ ਨਹੀਂ ਕਿ ਤੁਸੀਂ ਕੰਮ ਨਹੀਂ ਕਰ It ਸਕਦੇ, is not that you cannot play. ਇਹ ਨਹੀਂ ਤੁਸੀਂ ਆਨੰਦ ਨਹੀਂ ਕਰ ਸਕਦੇ, It's not that you can have some recreation. ਤੁਸੀਂ ਦੂਜੇ ਕੰਮਾਂ 'ਚ ਆਪਣੇ ਯੋਗਦਾਨ ਪਾ ਸਕਦੇ ਹੋ। It is the Lord's special day. ਇਹ ਪਰਮੇਸ਼ਵਰ ਦਾ ਖਾਸ ਦਿਨ ਹੈ There should be wholehearted devotion to exalt Him. ਜਿੰਦੇ ਵਿੱਚ ਅਸੀਂ ਪੂਰੇ ਦਿਲ ਦੇ ਨਾਲ ਉਹਨਾਂ ਦੀ ਜੈ ਜੈਕਾਰ ਕਰਨੀ ਹੈ। It is a silly name to call it Sunday. ਇਹ ਕਿ ਬੇਵਕੂਫਾਨਾ ਗੱਲ ਹੈ ਸੰਡੇ ਕਹਿਣਾ। None of us worship the sun. ਅਸੀਂ ਕੋਈ ਵੀ ਸੂਰਜ ਦੀ ਆਰਾਧਨਾ ਨਹੀਂ ਕਰਦੇ। Even in Hindi, it is Ravivar. It is like worshipping the sun. ਹਿੰਦੀ ਵਿੱਚ ਵੀ ਰਵੀਵਾਰ ਕਹਿੰਦੇ ਨੇ, ਜਿਵੇਂ ਮਤਲਬ ਸੂਰਜ ਦੀ ਆਰਾਧਨਾ। Ravi means sun, you know that. ਰਵੀ ਦਾ ਮਤਲਬ ਸੂਰਜ ਹੈਗਾ। But I prefer the biblical name. ਪਰ ਮੈਂ ਪਰਮੇਸ਼ਵਰ ਦੇ ਵਚਨ ਵਾਲੇ ਗੱਲ ਕਰਨਾ। John is in the Isle of Patmos. We are going to the book of Revelation. ਆਪਾਂ ਪ੍ਰਕਾਸ਼ਿਤ ਵਾਕਿਆ ਦੇਖਾਂਗੇ ਜਿੱਥੇ ਯੋਹੰਨਾ ਜਿਹੜਾ ਹੈਗਾ ਉਹ ਪੈਟਮੋਸ ਵਿੱਚ ਹੈਗਾ। He is exiled for his testimony of the word of God. ਉਹ ਆਪਣੀ ਗਵਾਹੀ ਕਰਕੇ ਸ਼ਹਿਰ ਤੋਂ ਨਿਕਾਲਿਆ ਗਿਆ। Verse 10, he writes, ਦਸਵਾਂ ਇੱਕ ਦਾ chapter 1, verse 10.
Revelation 1:10. रेवलेशन 1:10। I was in the Spirit on the Lord's day and heard behind me a great voice as of a trumpet, as of a trumpet. कि मैं प्रभु के दिन में आत्मा में आ गया और अपने पीछे तुरही का सा बड़ा शब्द यह कहते सुना। God has given this day a name. परमेश्वर ने इस दिन ਨੂੰ ਨਾਮ ਦਿੱਤਾ It ਹੈ। is the Lord's day. परमेश्वर ਦਾ ਦਿਨ ਹੈ। I love that name. ਮੈਨੂੰ ਬੜਾ ਅੱਛਾ ਲੱਗਦਾ That ਹੈ। is what Christians should call it. ਮਸੀਹਾ ਨੂੰ ਇਹ ਨਾਮ ਕਹਿਣਾ ਚਾਹੀਦਾ ਹੈ। You know, sometimes it slips because I'm not thinking I'll call it Sunday, but I have determined to call it Lord's Day. ਕਈ ਵਾਰੀ ਕਿਉਂਕਿ ਆਦਤ ਹੈਗੀ ਹੈ ਤੇ ਮੈਂ ਕਹਿ ਸਕਦਾ, ਪਰ ਮੈਂ ਅੱਜ ਤੋਂ ਫੈਸਲਾ ਕੀਤਾ ਹੈ ਕਿ ਇਹਨੂੰ ਪ੍ਰਭੂ ਦਾ ਦਿਨ ਕਵਾਂਗਾ। What does Lord Day mean? ਪ੍ਰਭੂ ਦਿਨ ਦਾ ਕੀ ਮਤਲਬ ਹੈ? It means it is possessive to the Lord. ਇਹ ਕੀ ਹੈ? ਇਹ ਪਰਮੇਸ਼ਵਰ ਦੇ ਵਾਸਤੇ ਹੈਗਾ। It belongs to Him. ਪਰਮੇਸ਼ਵਰ ਵਾਸਤੇ ਹੈਗਾ। It is unique to Him. ਉਹਨਾਂ ਵਾਸਤੇ ਅਦਭੁਤ ਹੈ। It is not by law. ਕਾਨੂੰਨੀ ਨਹੀਂ ਹੈਗਾ। It is by grace. ਅਨੁਗ੍ਰਹ ਕਰਕੇ ਹੈਗਾ। It is the Lord's day. ਪਰਮੇਸ਼ਵਰ ਦਾ ਦਿਨ ਹੈ। I don't worship the sun. ਮੈਂ ਸੂਰਜ ਦੀ ਆਰਾਧਨਾ ਨਹੀਂ I ਕਰਦਾ। worship only the Lord. ਮੈਂ ਪਰਮੇਸ਼ਵਰ ਦੀ ਆਰਾਧਨਾ It is the ਕਰਦਾ। Lord's day. ਪਰਮੇਸ਼ਵਰ ਦਿਨ ਹੈ। All through the early church history, it was celebrated as Lord's day. ਸਾਰੀ ਕਲੀਸਿਆ ਵਿੱਚ ਉਹਨੂੰ ਪਰਮੇਸ਼ਵਰ ਦਾ ਦਿਨ ਕਹਿ ਕੇ ਮਨਾਇਆ For ਗਿਆ। some reason, when Julian made the calendar, they started calling it Sunday. ਕੁਝ ਕਾਰਨ ਕਰਕੇ ਜਦੋਂ ਕੈਲੰਡਰ ਬਣਾਇਆ ਗਿਆ ਤਾਂ ਉਹਨੂੰ ਸੰਡੇ ਗਿਆ। We should always call it the Lord's day. ਆਪਾਂ ਨੂੰ ਇਹਨੂੰ ਪ੍ਰਭੂ ਦਾ ਦਿਨ ਕਹਿਣਾ ਹੈ। Just think, the ਸੋਚੋ, Lord did not give him the vision on any other day. ਪਰ ਪ੍ਰਭੂ ਨੇ ਉਹਨੂੰ ਕਿਸੇ ਹੋਰ ਦਿਨ ਦਰਸ਼ਨ ਨਹੀਂ ਦਿੱਤਾ। He gave him the vision on Lord's day. ਉਹਨਾਂ ਨੂੰ ਪ੍ਰਭੂ ਦੇ ਦਿਨ ਹੀ ਦਰਸ਼ਨ ਦਿੱਤਾ। You see, if you go a little further to verse 20, it says, the 7 stars which you saw in my right hand and the 7 golden lampstands, the 7 stars are the messengers of the churches and the 7 lampstands are the churches. अर्थात उन सातों तारों का भेद जिन्हें तू अपने दाहिने हाथ में देखा है और उन 7 सोने की दीवटों का भेद, वे 7 तारे सातों कलीसिया के दूत हैं, वे 7 दीवट 7 कलीसियाएं हैं। A special vision was given to John on Lord's day. एक खास दर्शन दिता गया यूहन्ना ਨੂੰ ਪ੍ਰਭੂ ਦੇ ਦਿਨ ਵਿੱਚ। He saw the Lord of the church that day. ਉਹਨਾਂ ਨੇ ਕਲੀਸਿਆ ਦਾ ਪ੍ਰਭੂ ਦੇਖਿਆ ਉਸ He ਦਿਨ। was moving among the lampstands. ਉਹ ਜਿਹੜਾ ਆਪਣਾ ਦੀਵਟਾਂ ਦੇ ਵਿੱਚ ਹੈਗੇ ਸੀ। That shows that he's moving among his church. ਦੱਸਦਾ ਹੈ ਕਿ ਉਹ ਕਲੀਸਿਆ ਦੇ ਵਿੱਚ ਹੈਗੇ ਨੇ। None of other, there are so many visions in Revelation, none of them show the Lord. ਬਹੁਤ ਸਾਰੇ ਹੋਰ ਦਰਸ਼ਨ ਵੀ ਹੈਗੇ ਨੇ ਪ੍ਰਕਾਸ਼ਿਤ ਵਾਕਿਆ 'ਚ, ਪਰ ਕਿੰਨੇ ਕਿਸੇ ਵਿੱਚ ਵੀ ਪ੍ਰਭੂ ਨੂੰ ਨਹੀਂ ਦਿਖਾਉਂਦਾ। There is great significance on that. ਅਤੇ ਖਾਸੀਅਤ ਹੈ, It is given on a special day, ਖਾਸ ਦਿਨ ਦਿੱਤਾ ਗਿਆ the Lord's day. ਪਰਮੇਸ਼ਵਰ ਦੇ ਦਿਨ। Here Lord Jesus is saying it is my day. ਅਤੇ ਪ੍ਰਭੂ ਯਿਸੂ ਮਸੀਹ ਕਹਿ ਰਹੇ ਨੇ ਮੇਰਾ ਦਿਨ ਹੈ। So who established the Lord's day? ਕਿੰਨੇ ਇਹਦੀ ਸਥਾਪਨਾ ਕੀਤੀ? The Lord did. ਪ੍ਰਭੂ ਯਿਸੂ ਮਸੀਹ ਨੇ। It is not the Lord's hour, it is not the Lord's morning, it is the Lord's day. ਇਹ ਪ੍ਰਭੂ ਦਾ ਸਵੇਰ ਨਹੀਂ ਹੈ, ਪ੍ਰਭੂ ਦਾ ਘੰਟਾ ਨਹੀਂ ਹੈ, ਪ੍ਰਭੂ ਦਾ ਦਿਨ ਹੈ। See, you can have worship and praise and preaching any other day of the week. It's fine, it would be still right. ਅਸੀਂ ਹਫ਼ਤੇ ਦੇ ਕਿਸੇ ਦਿਨ ਵੀ ਪ੍ਰਚਾਰ ਕਰ ਸਕਦੇ ਹੈਗੇ ਆ, But God ordained a day for us to meet, ਪਰ ਪਰਮੇਸ਼ਵਰ ਨੇ ਦਿਨ ਠਹਿਰਾਇਆ ਜਿਸ ਦਿਨ ਅਸੀਂ ਮੇਲ ਕਰੀਏ, where He would have a special meeting with us. ਜਿੱਥੇ ਪ੍ਰਭੂ ਦੀ ਸਾਡੇ ਨਾਲ ਖਾਸ ਮੇਲ ਹੋਏਗਾ। The day would be set apart for Him. ਉਹ ਦਿਨ ਜੋ ਉਹਨਾਂ ਵਾਸਤੇ ਅਲੱਗ ਕੀਤਾ ਗਿਆ। He did not fill it up with law, ਉਹਨਾਂ ਨੇ ਕਾਨੂੰਨ ਦੇ ਨਾਲ ਨਹੀਂ ਕੀਤਾ He ਉਹਨੂੰ, filled it with grace. ਉਹਨਾਂ ਨੇ ਅਨੁਗ੍ਰਹਿ ਦੇ ਨਾਲ ਕੀਤਾ। The honor you give this day shows the honor you give to the Savior in your heart. ਜੋ ਸਨਮਾਨ ਅਸੀਂ ਇਸ ਦਿਨ ਨੂੰ ਦਿੰਦੇ ਆ, ਉਹ ਦੱਸਦਾ ਕਿ ਤੁਹਾਡੇ ਦਿਲ ਵਿੱਚ ਪਰਮੇਸ਼ਵਰ ਦਾ ਕੀ ਆਦਰ ਹੈ। This is His day. ਉਹਨਾਂ ਦਾ ਦਿਨ ਹੈ। I love to fill this day with studying of God's word, ਮੈਂ ਇਹ ਦਿਨ ਨੂੰ ਤਿਆਰ ਕਰਨਾ ਪਰਮੇਸ਼ਵਰ ਦਾ ਵਚਨ ਵਾਸਤੇ, to worship God, ਉਹਨਾਂ ਦੀ ਆਰਾਧਨਾ to ਵਾਸਤੇ, sing to His name, ਉਹਨਾਂ ਦੇ ਨਾਮ ਦੀ ਜੈ to be ਜੈਕਾਰ ਵਾਸਤੇ, preaching in this day, to be preaching in His day. ਪ੍ਰਚਾਰ ਕਰਨਾ ਉਸ ਦਿਨ। It will always be His day. ਉਹ ਹਮੇਸ਼ਾ ਉਹਨਾਂ ਦਾ ਦਿਨ ਰਹੇਗਾ। So my dear brothers and sisters, ਐਸ ਕਰਕੇ ਭੈਣ the ਭਰਾ, Lord's day matters. ਪਰਮੇਸ਼ਵਰ ਦਿਨ ਦੀ ਖਾਸੀਅਤ ਹੈ। No one you can stop you from it. ਕੋਈ ਵੀ ਤੁਹਾਨੂੰ ਉਹਨੂੰ ਰੋਕ ਨਹੀਂ ਸਕਦਾ। Why do you think people protest against these lockdowns? ਕਿਉਂ ਲੋਕੀ ਜਿਹੜੇ ਹੈਗੇ ਲਾਕਡਾਊਨ ਦੇ ਖਿਲਾਫ ਕਰਦੇ They ਨੇ? want to come and meet the Savior.
वो आगे परमेश्वर से मिलना चाहते The हैं। government cannot stop you. सरकार नहीं रोक सकती। Yes, there are circumstances now that we are unable to meet. आजकल हालात में ਅਸੀਂ नहीं मिल सकते, But imagine the heart of Lord Jesus Christ. पर प्रभु यीशु मसीह दिल दी गल, He wants to come and meet us. He wants to be in the middle of us like He came on that first Sunday. वो आगे सानू मिलना चाहते ने जिवें वो पहले रविवार आके मिले सी। It is a glorious thing for Him. उन्हां वास्ते एक अनुग्रह He कारी दिन है। rejoices to see us. वो आनंद मनाते हैं सान देख के, But we have so many excuses. पर साढ़े को बहुत सारे Oh, कारण हैं। some guest came. कोई दो आ गए, Oh, I am not well. मैं ठीक नहीं हैगा, Oh, I have this problem. समस्या हैगी है, Oh, I have to water my garden or do something in my garden. मैंने को गार्डन ही काम करना है। So many excuses. बहुत सारे बहाने ने। We try not to postpone it for His sake. ਅਸੀਂ ਉਹਨਾਂ ਦੇ ਕਰਕੇ ਉਹਨਾਂ ਨੂੰ ਅੱਗੇ ਨਹੀਂ ਕਰਦੇ। Like Thomas, you are the loser. ਜਿਵੇਂ ਥੋਮਾ ਨੇ ਵੀ ਆਪਣਾ ਮਿਸ ਕੀਤਾ ਸੀ, We ਤੁਸੀਂ have miss to ਕਰੋਗੇ। keep the Lord's day above everything, everything. ਸਾਨੂੰ ਪਰਮੇਸ਼ਵਰ ਦੇ ਦਿਨ ਨੂੰ ਹਰ ਚੀਜ਼ ਦੇ ਉੱਪਰ We ਮਹੱਤਵਤਾ have to ਦੇਣੀ make ਹੈ। our every effort to meet Him with ਅਸੀਂ others. ਹਰ ਉਹ ਪੂਰੀ ਕੋਸ਼ਿਸ਼ ਕਰਦੇ ਹਾਂ ਉਹਨੂੰ ਮਿਲਣ ਦੀ। You come to meet Him, you will see Him. ਜੇ ਤੁਸੀਂ ਉਹਨਾਂ ਨੂੰ ਮਿਲਣ ਵਾਸਤੇ ਆਓਗੇ ਤਾਂ ਉਹਨਾਂ ਨੂੰ ਦੇਖੋਗੇ। If you come to see what others are wearing, you will only get that. ਜੇ ਤੁਸੀਂ ਦੇਖਣ ਆਓਗੇ ਦੂਸਰਿਆਂ ਨੇ ਕੀ ਪਾਇਆ ਉਹ ਦੇਖੋਗੇ। If you come to meet somebody like a club, you will only get that. ਤੇ ਜਿਵੇਂ ਕਲੱਬ ਸਮਝ ਕੇ ਆਓਗੇ ਤਾਂ ਉਸ ਤਰ੍ਹਾਂ ਲੱਗੇਗਾ। If you come only to see, sing, have good worship, then you will only get that. ਜੇ ਅੱਛੀ ਆਰਾਧਨਾ ਵਾਸਤੇ ਆਓਗੇ ਤਾਂ ਉਹ ਦੇਖੋਗੇ। If you come to do some work in the church, that's all you will get. ਜੇ ਕਲੀਸਿया ਕੁਝ ਕੰਮ ਕਰਨ ਆਏ ਤਾਂ ਉਹ ਦੇਖੋਗੇ। The first thing should be you have come to meet the King of Kings, Lord of Lords, and that's what you will get. ਤੇ ਜਿਹੜਾ ਖਾਸ ਗੱਲ ਹੈਗੀ ਹੈ, ਤੁਸੀਂ ਪ੍ਰਭੂ ਦੇ ਰਾਜਾ ਨੂੰ ਮਿਲਣ ਵਾਸਤੇ ਆਏ ਹੋ ਤੇ ਉਹਨਾਂ ਨੂੰ ਮਿਲੋਗੇ। The Lord's day matters to you and to me. ਪ੍ਰਭੂ ਦਾ ਦਿਨ ਤੁਹਾਡੇ ਵਾਸਤੇ ਖਾਸ ਹੈ, ਮੇਰੇ ਵਾਸਤੇ ਖਾਸ We ਹੈ। have to fight for it. ਸਾਨੂੰ ਉਹਦੇ ਵਾਸਤੇ ਲੜਨਾ ਹੈਗਾ। The devil for the many years has been attacking families. ਸ਼ੈਤਾਨ ਜਿਹੜਾ ਹੈਗਾ ਕਾਫੀ ਸਮੇਂ ਤੋਂ ਪਰਿਵਾਰਾਂ ਤੇ ਹਮਲਾ ਕਰਦਾ ਹੈ। Now he is going to attack churches. You take it from me. ਹੁਣ ਉਹ ਕਲੀਸਿਆ ਤੇ ਹਮਲਾ ਕਰੇਗਾ। There is already so many churches being shut down in Alberta. ਐਲਬਰਟਾ ਵਿੱਚ ਬਹੁਤ ਸਾਰੇ ਕਲੀਸਿਆ ਜਿਹੜੇ ਹੈਗੇ ਨੇ ਬੰਦ ਹੋ ਗਈਆਂ। And the premier is a open Christian. ਤੇ ਜਿਹੜਾ ਪ੍ਰੀਮੀਅਰ ਉੱਥੇ ਦਾ ਹੈਗਾ ਉਹ ਮਸੀਹ ਹੈਗਾ। But he is a Catholic, but he considers himself Christian. ਉਹ ਕੈਥੋਲਿਕ ਨੇ ਪਰ ਆਪਣੇ ਆਪ ਨੂੰ ਮਸੀਹ ਦਾ ਪਿੱਛੇ ਕਰਦੇ ਨੇ। It is going to slowly spread everywhere. ਇਹ ਹਰ ਜਗ੍ਹਾ ਚੀਜ਼ ਹੋਏਗੀ। In the Middle East, churches are being shut down. ਮਿਡਲ ਈਸਟ ਵਿੱਚ ਕਲੀਸਿਆ ਬੰਦ ਕੀਤੇ ਜਾ ਰਹੀਆਂ ਨੇ। India, there is churches being shut down and burnt. ਇੰਡੀਆ ਵਿੱਚ ਵੀ ਬੰਦ ਕਰਤੇ ਆ ਰਹੇ, ਜਲਾਈਆਂ ਜਾ He ਰਹੀਆਂ is ਨੇ। attacking the churches. ਹਮਲਾ ਕੀਤਾ He ਜਾ doesn't ਰਿਹਾ ਹੈ। want you to meet the King of Kings, Lord of Lords. ਉਹ ਨਹੀਂ ਚਾਹੁੰਦੇ ਕਿ ਤੁਸੀਂ ਰਾਜਾਓਂ ਦੇ ਰਾਜਾ ਤੇ ਪ੍ਰਭੂ ਨੂੰ ਮਿਲੋ। Where is your fight? ਤੁਹਾਡੀ ਲੜਾਈ ਕਿੱਥੇ ਵੇ? I leave it with you. ਮੈਂ ਤੁਹਾਡੇ ਵਾਸਤੇ ਛੋੜਨਾ। The importance you give him, you will give to the church. ਜੋ ਉਹਨਾਂ ਨੂੰ ਇੰਪੋਰਟੈਂਸ ਦਿਓਗੇ ਤੁਸੀਂ ਕਲੀਸਿਆ ਨੂੰ ਦਿਓਗੇ। Because he is the founder of this church. ਕਿਉਂਕਿ ਉਹ ਕਲੀਸਿਆ ਦੇ ਬਣਾਉਣ ਵਾਲੇ ਨੇ। Let's bow our head, close our eyes. ਅੱਖਾਂ ਬੰਦ ਕਰਾਂਗੇ, ਸਿਰਾਂ ਨੂੰ ਝੁਕਾਵਾਂਗੇ। I have endeavored to give you the whole truth about the Lord's day. ਮੈਂ ਪੂਰੀ ਕੋਸ਼ਿਸ਼ ਕਰਕੇ ਤੁਹਾਨੂੰ ਪ੍ਰਭੂ ਦੇ ਦਿਨ ਦਾ ਪ੍ਰਚਾਰ ਕੀਤਾ ਹੈ। It is you who has to take the next steps. ਇਹ ਤੁਹਾਡੇ ਜਗ੍ਹਾ ਕਿ ਤੁਸੀਂ ਅਗਲਾ ਕਦਮ ਉਠਾਣਾ ਹੈ। You have to be desirous to come and see him on the church service. ਤੁਹਾਡੇ ਮਨ ਵਿੱਚ ਇੱਛਾ ਹੋਣੀ ਚਾਹੀਦੀ ਹੈ ਕਿ ਤੁਸੀਂ ਕਲੀਸਿਆ ਜਾ ਕੇ ਉਹਨਾਂ ਦੇ ਦਰਸ਼ਨ ਕਰੋ। Father, we thank you and praise you. We want to give you glory. We want to exalt you. We thank you for your word. Lord, there is so much in your word, Lord. And for the first busy Sunday which you met people, you expounded the scripture. We are just grateful to you, Lord Jesus. We pray, Lord, that everyone who has heard this message will take it to heart about the importance of Sunday. That they will not come to church for any other thing other than to meet you, Lord Jesus. Yes, there are many things needed to be done on Sunday. Yes, but those are frivolous or next to nothing compared to meeting you. We pray that our focus, our thought process, everything will change from today about Sunday. That we will rejoice in this day because you have made it.
We give you glory. In the name of our Lord Jesus we pray. Amen. Amen. The Lord bless you and keep you. The Lord make his face to shine upon you and be gracious unto you. The Lord lift his countenance upon you and give you peace. In the name of Jesus. Amen. Amen. Amen.